ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਾਨਕੀ ਆਪ। ਤਰਣ ਤਾਰਣ ਹਰ ਨਿਧ, ਦੁਖ ਨ ਸਕੈ ਬਿਆਪ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਾਨਕੀ ਆਪ। ਤਰਣ ਤਾਰਣ ਹਰ ਨਿਧ, ਦੁਖ ਨ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੁਝੈ। ਇਹ ਜਤਨ ਕਾਟ ਕਲ ਕਾਲ, ਰਹਾਉ। ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਇ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਇ। ਵੇਦ ਸਿਮਰਤ ਕਥਾ ਸਾਸਤ, ਭਗਤ ਕਰਹਿ ਵਿਚਾਰ। ਮੁਕਤ ਪਾਈਐ ਸਾਧ ਸੰਗਤ, ਬਿਨਸ ਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਣ ਮਾਣ ਦੀਬਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ। ਤਾਣ ਮਾਣ ਦੀਬਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਪ੍ਰਬੰਧਕਾਂ ਦੇ ਉਦਮ ਦੁਆਰਾ ਸ਼ਾਮ ਦੇ ਦੀਵਾਨਾਂ ਵਿੱਚ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਨਿਤਨੇਮ ਔਰ ਚੱਲ ਰਹੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਮਸੰਦਾਂ ਵਿੱਚ ਆਈਆਂ ਹੋਈਆਂ ਉਨਤਾਈਆਂ ਦੇ ਪ੍ਰਸੰਗ ਦੀਆਂ ਸਾਖੀਆਂ ਚੱਲਦੀਆਂ ਆ ਰਹੀਆਂ ਹਨ। ਅੱਜ ਦਾ ਜੋ ਪ੍ਰਸੰਗ ਹੈ ਉਹਦੇ ਵਿੱਚ ਇਹ ਤੋਂ ਮਸੰਦ ਜੋ ਇਹਨਾਂ ਦਾ ਮੁਖੀ ਸੀ, ਤੇ ਜਿਸ ਤਰ੍ਹਾਂ ਮਾਤਾ ਜੀ ਦੇ ਨਿਮਿਤ ਸੰਗਤ ਵੱਲੋਂ ਕੋਈ ਚੂੜਾ ਵਗੈਰਾ ਭੇਜਿਆ ਗਿਆ, ਸੰਗਤ ਦਾ ਇਹਨਾਂ ਦੇ ਉੱਤੇ ਬੜਾ ਵਿਸ਼ਵਾਸ ਸੀ, ਪਰ ਇਹ ਵਿਸ਼ਵਾਸਘਾਤ ਕਰ ਜਾਂਦੇ ਸੀ। ਜਿਸ ਤਰ੍ਹਾਂ ਆਪ ਉਹ ਲੁਕੋ ਲਿਆ,
ਜਦੋਂ ਗੁਰਸਿੱਖ ਆਇਆ, ਮਹਾਰਾਜ ਨੂੰ ਬੇਨਤੀ ਕੀਤੀ। ਪੁੱਛਣ ਤੋਂ ਝੂਠ ਬੋਲਿਆ। ਅਸਲੀਅਤ ਪ੍ਰਗਟ ਹੋਣ ਤੋਂ ਬਾਅਦ ਫਿਰ ਮਹਾਰਾਜ ਨੇ ਜਿਸ ਤਰ੍ਹਾਂ ਇਹਨਾਂ ਦੇ ਕਰਮਾਂ ਦਾ ਫਲ ਭੁਗਤਾਇਆ, ਇਹ ਅਨੰਦਪੁਰ ਸਾਹਿਬ ਵੀ ਵਾਕਿਆ ਹੋਇਆ, ਦੂਸਰਾ ਦੇਹਰਾਦੂਨ। ਇਹ ਪ੍ਰਸੰਗ ਨੰਬਰਵਾਰ ਚੱਲਦੇ ਆ ਰਹੇ ਆ, ਕਿਉਂਕਿ ਅੱਜ ਵੀ ਦੇਖਿਆ ਜਾਏ, ਜੇ ਕਹੀਏ ਵੀ ਬੰਦ ਹੋ ਗਿਆ, ਬੰਦ ਨਹੀਂ ਹੋਇਆ, ਇਹ ਚੱਲੀ ਜਾ ਰਿਹਾ। ਪਰ ਗ੍ਰੰਥਾਂ ਵਿੱਚ ਲਿਖਿਆ, ਗੁਰ ਕੇ ਧਨ ਕੋ ਜੇ ਨਰ ਹਰ ਹੈ, ਹੱਥ ਤੇਜ ਬਭੂਤ ਦੁਖੀ ਹੋਏ ਮਰ ਹੈ। ਜਿਹੜਾ ਗੁਰੂ ਘਰ ਦੇ ਧਨ ਦੀ ਚੋਰੀ ਕਰਦਾ, ਉਹਦਾ ਤਪ ਤੇਜ ਨਾਸ ਹੋ ਜਾਂਦਾ ਹੈ, ਔਰ ਬੜਾ ਦੁੱਖ ਭੋਗ ਕੇ ਫਿਰ ਉਹ ਮਰਦਾ ਹੈ। ਪਰ ਜਦੋਂ ਮਨ ਦੇ ਵਿੱਚ ਲੋਭ ਲਹਿਰਤ ਨੀਜਰ ਵਾਜੈ, ਕਾਇਆ ਡੂਬੈ ਕੇਸਵਾ। ਪਰ ਮਹਾਰਾਜ ਜੇ ਮਿਹਰ ਕਰੇ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਵਾਹ ਦੇ ਬਾਪ ਬੀਠਲਾ। ਨਹੀਂ ਤਾਂ ਇਹਦੀ ਲਪੇਟ ਵਿੱਚ ਰਾਜਨੀਤਿਕ ਬੰਦੇ ਲੈ ਲਓ, ਸਮਾਜਿਕ ਲੈ ਲਓ, ਵਿਵਹਾਰਕ ਲੈ ਲਓ, ਧਾਰਮਿਕ ਬੰਦਿਆਂ ਦੇ ਅੰਦਰ ਵੀ ਐਸੀਆਂ ਕਮੀਆਂ ਪੇਸ਼ੀਆਂ ਦੇਖਣ ਵਿੱਚ ਆਉਂਦੀਆਂ ਹਨ। ਲੇਕਿਨ ਨਾਲ ਸੱਚ ਵੀ ਹੈ, ਇਮਾਨਦਾਰ ਗੁਰਮੁਖ ਪਿਆਰੇ ਵੀ ਹੈ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਦਿਆਲੂ ਆ ਕਿ ਸਾਡੇ ਬਜ਼ੁਰਗ ਸਤਿਗੁਰਾਂ ਨੇ ਇਹ ਪ੍ਰਥਾ ਜਿਹੜੀ ਸੀ ਆਰੰਭ ਕੀਤੀ ਹੈ, ਕਾਫੀ ਲੰਮਾ ਸਮਾਂ ਸਹੀ ਵੀ ਚੱਲਦੀ ਰਹੀ। ਹੌਲੀ ਹੌਲੀ ਕਮਜ਼ੋਰੀ ਆਉਂਦੀ ਤੁਰੀ ਗਈ। ਜਦੋਂ ਬ੍ਰਿਕਸ਼ ਪੁਰਾਣਾ ਹੁੰਦਾ, ਸੇਕ ਪੈ ਜਾਂਦੀ ਹੈ, ਲੱਕੜ ਨੂੰ ਘੁਣ ਲੱਗ ਜਾਂਦਾ, ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਆ। ਇਸ ਤਰ੍ਹਾਂ ਕਈ ਵਾਰੀ ਪੁਰਾਣੀਆਂ ਪਰੰਪਰਾ ਚੱਲੀ ਆਉਂਦੀਆਂ, ਉਹਨਾਂ 'ਚ ਵੀ ਬੜੇ ਦੋਸ਼ ਪੈਦਾ ਹੋ ਜਾਂਦੇ ਆ। ਸਮੇਂ ਸਮੇਂ ਦੇ ਨਾਲ ਮਹਾਂਪੁਰਖਾਂ ਨੇ ਫਿਰ ਉਹਨਾਂ ਦਾ ਸੁਧਾਰ ਕੀਤਾ, ਉਹ ਕਮੀਆਂ ਪੇਸ਼ੀਆਂ ਦੂਰ ਕਰਨ ਦੇ ਯਤਨ ਵੀ ਕਰਦੇ ਰਹੇ। ਇਹ ਵੀ ਪਤਾ ਕਿ ਮਹਾਰਾਜ ਅੰਤਰਜਾਮੀ ਹੈ, ਸਭ ਕੁਝ ਜਾਣਦੇ ਆ, ਫਿਰ ਵੀ ਇਨਸਾਨ ਦੀ ਬੁੱਧੀ ਦੇ ਉੱਤੇ ਪਰਦਾ ਪੈ ਜਾਂਦਾ ਹੈ। ਉਹ ਰਾਜੇ ਨੇ ਵਜ਼ੀਰ ਨੂੰ ਪੁੱਛਿਆ ਸੀ ਕਿ ਪਾਪ ਦਾ ਬਾਪ ਕੌਣ ਹੈ, ਪਰ ਕੋਈ ਵਜ਼ੀਰ ਸਹੀ ਉੱਤਰ ਦੇ ਨਾ ਸਕਿਆ। ਉਹਨਾਂ ਦਾ ਵੀ ਹੁਣ ਭੋਜਨ ਪਾਣੀ ਦਾ ਮਸਲਾ ਸੀ। ਜਿਹੜਾ ਇਹਨਾਂ ਦਾ ਮੁਖੀ ਸੀ, ਢੂੰਡ ਭਾਲ ਕੀਤੀ, ਕਹਿਣ ਲੱਗਾ ਇੱਕ ਭੇਡਾਂ ਚਾਰਨ ਵਾਲਾ ਚਰਵਾਹਾ ਹੈ, ਗਡਰੀਆ ਹੈ, ਉਹ ਬੜਾ ਭਜਨੀਕ ਵੀ ਹੈ, ਸਿਆਣਾ ਵੀ ਹੈ, ਸਾਧੂਆਂ ਦਾ ਸਤਸੰਗੀ ਹੈ, ਉਹ ਤੁਹਾਨੂੰ ਉੱਤਰ ਦੇ ਸਕਦਾ ਹੈ। ਹੁਣ ਉਸ ਨੂੰ ਵਜ਼ੀਰੀ ਮਿਲੀ ਹੋਈ ਸੀ, ਨਹੀਂ ਉੱਤਰ ਦਿੰਦੇ, ਕੁਰਸੀ ਨੂੰ ਖਤਰਾ ਸੀ। ਭਾਵੇਂ ਪਦਵੀ ਬੜੀ ਉੱਚੀ ਸੀ, ਪਰ ਆਪਣੇ ਸਵਾਰਥ ਵਾਸਤੇ ਉਹ ਭੇਡਾਂ ਦੇ ਚਰਵਾਹੇ ਦੇ ਕੋਲ ਪਹੁੰਚਿਆ। ਜਾ ਕੇ
ਉਹਨੂੰ ਬੇਨਤੀ ਕੀਤੀ ਔਰ ਆਪਣਾ ਪ੍ਰਸ਼ਨ ਦੱਸਿਆ। ਇਹ ਨਹੀਂ ਜ਼ਾਹਰ ਕੀਤਾ ਕਿ ਮੈਂ ਵਜ਼ੀਰ ਹਾਂ। ਉਹ ਕਹਿਣ ਲੱਗਾ ਵੀ ਉੱਤਰ ਤਾਂ ਮੈਂ ਦੇ ਸਕਦਾ, ਪਰ ਤੈਨੂੰ ਭੇਡ ਦਾ ਦੁੱਧ ਪੀਣਾ ਪਏਗਾ। ਇਹ ਹੁਣ ਬ੍ਰਾਹਮਣ ਜਾਤੀ ਦਾ ਸੀ। ਕਹਿਣ ਲੱਗਾ ਇਹ ਤਾਂ ਗੱਲ ਮੁਸ਼ਕਲ ਹੈ, ਭੇਡ ਜਿਹੜੀ ਆ ਗੰਦ ਪਿੱਲ ਸਭ ਕੁਝ ਖਾ ਖੂ ਜਾਂਦੀ ਹੈ। ਮੁੜਿਆ ਫਿਰ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ, ਆਪਣੀ ਮਿਨਿਸਟਰੀ ਬਣੀ ਹੋਈ ਹੈ, ਇਹਦਾ ਆਪਾਂ ਪ੍ਰਾਸ਼ਚਿਤ ਕਰ ਲਾਂਗੇ। ਫਿਰ ਆ ਗਿਆ, ਮਹਾਰਾਜ ਲਿਆਓ ਭੇਡ ਦਾ ਦੁੱਧ ਪੀ ਲੈਣਾ, ਦੱਸੋ। ਉਹ ਕਹਿੰਦਾ ਵੀ ਉਹ ਤਾਂ ਗੱਲ ਉਦੋਂ ਹੀ ਸੀ, ਹੁਣ ਪਹਿਲਾਂ ਮੈਂ ਪੀਵਾਂਗਾ ਫਿਰ ਤੈਨੂੰ ਪੀਣਾ ਪਏਗਾ। ਕਹਿੰਦਾ ਵੀ ਇਹ ਵੀ ਗੱਲ ਬੜੀ ਮੁਸ਼ਕਿਲ ਹੈ। ਫਿਰ ਆ ਗਿਆ, ਫਿਰ ਆਇਆ ਚਲੋ ਇੱਕ ਦੂਜਾ ਪ੍ਰਾਸ਼ਚਿਤ ਫਿਰ ਕਰ ਲਵਾਂਗੇ। ਫਿਰ ਮੁੜਿਆ, ਮਹਾਰਾਜ ਲਿਆਓ ਫਿਰ ਤੁਸੀਂ ਆਪਣਾ ਸੀਤ ਪ੍ਰਸ਼ਾਦ ਦੇ ਦਿਓ। ਉਹ ਕਹਿਣ ਲੱਗਾ ਨਹੀਂ ਵੀ ਹੁਣ ਗੱਲ ਅੱਗੇ ਚਲੇ ਗਈ, ਪਹਿਲਾਂ ਮੈਂ ਪੀਵਾਂਗਾ ਫਿਰ ਮੇਰਾ ਕੁੱਤਾ ਪੀਏਗਾ ਫਿਰ ਮਿਲੇਗਾ। ਕਹਿੰਦਾ ਇਹ ਤਾਂ ਵੀ ਫਿਰ ਔਖਾ ਹੀ ਆ, ਕੁੱਤੇ ਦਾ ਝੂਠਾ ਪੀਣਾ। ਫਿਰ ਆ ਗਿਆ, ਕਹਿਣ ਲੱਗਾ ਚਲੋ ਦੋ ਪ੍ਰਾਸ਼ਚਿਤ ਆ, ਤੀਜਾ ਹੋਰ ਕਰ ਲੈਂਦੇ ਹਾਂ। ਫਿਰ ਸਾਧ ਸੰਗਤ ਜੀ ਮੁੜਿਆ, ਜਿਸ ਵੇਲੇ ਉਹ ਪੀਣ ਲਈ ਤਿਆਰ ਹੋਇਆ ਉਹਨੂੰ ਗੁੱਟ ਫੜ ਲਿਆ। ਕਹਿਣ ਲੱਗਾ ਪਾਪ ਦਾ ਬਾਪ ਲੋਭ ਹੈ, ਲੋਭੀ ਕਾ ਵਿਸਾਹੂ ਨਾ ਕੀਚੇ। ਲੋਭ ਦੇ ਅਧੀਨ ਹੋਇਆ ਬੰਦਾ ਆਪਣੀ ਪਦਵੀ ਨੂੰ ਬਰਕਰਾਰ ਰੱਖਣ ਲਈ ਕਿੰਨਾ ਨੀਚੇ ਗਿਰ ਜਾਂਦਾ ਹੈ। ਇਸ ਵਾਸਤੇ ਹੁਣ ਇਹਨਾਂ ਦੇ ਮਨ ਵਿੱਚ ਲੋਭ ਪੈਦਾ ਹੋ ਗਿਆ। ਜਦੋਂ ਆਪਾਂ ਇਹੋ ਜਿਹਾ ਪ੍ਰਸੰਗ ਦੂਏ ਦਾ ਪੜ੍ਹਦੇ ਸੁਣਦੇ ਸੁਣਾਉਂਦੇ ਹਾਂ, ਬੜੇ ਖੁਸ਼ ਹੁੰਦੇ ਹਾਂ ਕਿ ਮਸਾਂਦੇ ਉਹ ਕਰਦੇ ਸੀ। ਤੇ ਜੇ ਹੁਣ ਆਪੋ ਆਪਣੇ ਮਨ ਨਾਲ ਝਾਤ ਮਾਰ ਕੇ ਦੇਖੀਏ ਤੇ ਸਾਡੇ ਚੋਂ ਵੀ ਇਹੋ ਜਿਹਾ ਬੰਦੇ ਬਹੁਤ ਨਿਕਲੇ ਹੋਣੇ। ਆਪਾਂ ਉਹਨਾਂ ਤੋਂ ਵੀ ਅੱਗੇ ਬਹੁਤ ਟੱਪ ਗਏ ਹਾਂ। ਭਾਵੇਂ ਮਹਾਰਾਜ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀਆਂ, ਮਹਾਰਾਜ ਨੇ ਉਹਨਾਂ ਦੇ ਕਰਮਾਂ ਦਾ ਫਲ ਧਰਮਰਾਜ ਦੁਆਰਾ ਨਹੀਂ ਆਪ ਭੁਗਤਾ ਕੇ ਫਿਰ ਵੀ ਉਹਨਾਂ ਦਾ ਭਲਾ ਕਰ ਦਿੱਤਾ, ਪਰ ਆਪਣਾ ਦਾ ਭਲਾ ਵੀ ਨਹੀਂ ਹੋਣਾ। ਅੱਜ ਹੁਣ ਬੜੇ ਬੜੇ ਸਥਾਨਾਂ ਦੇ ਉੱਤੇ ਜਾ ਕੇ ਦੇਖੋ, ਆ 400 ਸਾਲੇ 550 ਸਾਲੇ ਕਿਸੇ ਨੇ ਕਿਸੇ ਦਾ ਮੋਬਾਈਲ ਕੱਢ ਲਿਆ, ਬੈਗ ਚੁੱਕ ਲਿਆ, ਹੋਰ ਸਮਾਨ ਚੁੱਕ ਲਿਆ, ਹੇਰਾ ਫੇਰੀਆਂ ਛੱਡਦੇ ਆ ਕਿਤੇ। ਇਸੇ ਤਰ੍ਹਾਂ ਚੱਲ ਚਲਾ ਰਹੀਆਂ। ਪਰੰਤੂ ਇਤਿਹਾਸ ਸੁਣ ਕੇ ਇਹ ਨਹੀਂ ਕਿ ਪਸੰਦ ਕਰਦੇ ਸੀ, ਇਹ ਗੱਲ ਵਿਚਾਰਨੀ ਹੈ ਕਿ ਆਪਾਂ ਇਹ ਇਤਿਹਾਸ ਤੋਂ ਸਿੱਖਿਆ ਲੈ ਕੇ ਜੋ ਗੁਰਮਤਿ ਦਾ ਗਾਡੀ ਰਾਹ ਇਹਦੇ ਤੇ ਚੱਲੀਏ ਕਿ ਜੇ ਸਾਨੂੰ ਕਿਤੇ ਸੇਵਾ ਮਿਲੀ ਹੈ, ਚਾਹੇ ਸਮਾਜ ਵਿੱਚ ਮਿਲੀ ਹੈ, ਰਾਜਨੀਤੀ ਵਿੱਚ ਮਿਲੀ ਹੈ, ਧਰਮ ਖੇਤਰ 'ਚ ਮਿਲੀ ਹੈ, ਚੋਰੀ ਕਿਤੇ ਕੀਤੀ ਜਾਏ ਉਹ ਇੱਕੋ ਜਿਹਾ ਹੀ ਦੋਸ਼ ਹੈ। ਉਤੋਂ ਬਚਣ ਦੀ ਕੋਸ਼ਿਸ਼ ਕਰਨੀ ਹੈ, ਬਲਕਿ ਉਹ ਕਰਮ ਦਾ ਫਲ ਤਿਆਗਣਾ ਹੈ। ਨਹੀਂ ਤਾਂ ਵੇ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹਿ ਸਭ ਉਤਰੇ, ਬੋਹਰ ਕਮਾਏ ਹੋਏ ਨਿਸ਼ੰਕ, ਜਮਪੁਰ ਬਾਂਧ ਖਰੇ ਕਾਲੰਕ। ਜਮ ਦੀ ਪੁਰੀ 'ਚ ਫਿਰ ਉਹ ਕਲੰਕੀ ਬੰਦੇ ਮੁਸ਼ਕਾਂ ਬੰਨ੍ਹ ਕੇ ਧਰਮ ਰਾਜਾ ਦੇ ਕਟਹਿਰੇ ਵਿੱਚ ਖੜੇ ਕੀਤੇ ਜਾਂਦੇ ਆ। ਫਿਰ ਉੱਥੇ ਉਹਨਾਂ ਦਾ ਜਿਹੜਾ ਕਰਮਾਂ ਦਾ ਫਲ ਆ
ਜਿਹੋ ਜਿਹਾ ਕਰਮ ਆ ਉਹਦਾ ਫਲ ਫੇ ਭੁਗਤਾਇਆ ਜਾਂਦਾ। ਸੋ ਇਸ ਕਰਕੇ ਸਮਾਂ ਬੀਤ ਜਾਂਦਾ। ਪੁਰਾਣੀਆਂ ਸਾਖੀਆਂ ਪੜ੍ਹਦੇ ਸੁਣਦੇ ਹਾਂ ਅਤੇ ਜਿਲੇ ਝਾਤ ਮਾਰੀਏ ਅੱਜ ਦੇ ਸਮਾਜ ਵਿੱਚ ਵੀ ਐਸੀਆਂ ਬੁਰਾਈਆਂ ਬਹੁਤ ਆ ਚੁੱਕੀਆਂ, ਬੜਾ ਨਿਘਾਰ ਆ ਚੁੱਕਿਆ ਹੈ। ਪਰ ਜਿਹੜੇ ਉਹ ਸੰਸਥਾ ਦੇ ਕਾਬਜ ਹੁੰਦੇ ਆ ਉਹਨਾਂ ਕੋਲ ਇੱਕ ਰਾਜਨੀਤਿਕ ਪੱਖ ਵੀ ਹੁੰਦਾ, ਜਿਹਦੇ ਕਾਰਨ ਉਹ ਫਿਰ ਆਪਣੇ ਬਲ ਦੇ ਨਾਲ ਦਬਾ ਜਾਂਦੇ ਆ। ਜੇ ਕੋਈ ਸੱਚ ਦੀ ਆਵਾਜ਼ ਉਠਾਉਂਦਾ ਉਹਨੂੰ ਉਹ ਰਾਜਸੀ ਬਲ ਨਾਲ ਦਬਾ ਕੇ ਆਪਣੇ ਕਰਮਾਂ 'ਤੇ ਪਰਦਾ ਪਾ ਕੇ ਬਹੁਤ ਕੁਛ ਕਰ ਕਰਾ ਰਹੇ ਹੈ। ਗੁਰੂ ਮਹਾਰਾਜ ਵੇਲੇ ਵੀ ਐਸੀ ਹਾਲਤ ਸੀ, ਕਾਜੀ ਹੋਏ ਰਿਸ਼ਵਤੀ, ਥੋੜ੍ਹਾ ਕੁਝ ਕਰਦੇ ਸੀ। ਉਹ ਜਿਸ ਤਰ੍ਹਾਂ ਇਸ ਪ੍ਰਸੰਗ ਆਉਂਦੇ ਆ ਕਿ ਤੇਲੀ ਦੇ ਬਲਦ ਨੇ ਕਿਸੇ ਜੱਟ ਜ਼ਿਮੀਂਦਾਰ ਦੇ ਬਲਦ ਆਪਣੇ ਕਾਜੀ ਦੇ ਬਲਦ ਨੂੰ ਮਾਰਿਆ। ਉਹ ਵਿਚਾਰਾ ਗਰੀਬ ਸੀ, ਕਾਜੀ ਨਿਆਂਕਾਰੀ ਹੁੰਦੇ ਸੀ। ਮਹਾਰਾਜ ਜੇ ਕੋਈ ਬਲਦ ਨੂੰ ਮਾਰੇ ਇਹਦਾ ਕੀ ਦੋਸ਼, ਕੀ ਡੰਡ ਆ? ਕਹਿੰਦੇ ਡੰਡ ਕਾਹਦਾ, ਜੋ ਪਸ਼ੂ ਆ ਉਹਨੂੰ ਕਿਹੜਾ ਕਿਸੇ ਨੇ ਸਿਖਾਇਆ ਹੁੰਦਾ। ਚਲੇ ਗਿਆ। ਇੰਨੇ ਨੂੰ ਆ ਗਿਆ ਕਾਜੀ ਦਾ ਪੁੱਤ, ਕਹਿੰਦਾ ਅੱਬਾ ਜਾਨ, ਸਾਡੇ ਬਲਦ ਨੂੰ ਤੇਲੀ ਬਲਦ ਨੇ ਸਿੰਘ ਮਾਰੇ ਆ, ਜੇ ਉਹ ਮਰ ਜਾਂਦਾ। ਕਹਿੰਦੇ ਅੱਛਾ, ਉਹ ਤਾਂ ਹੁਣੇ ਆਇਆ ਸੀ, ਬੁਲਾਓ। ਬੁਲਾ ਲਿਆ। ਕਹਿੰਦੇ ਲੈ ਵੀ ਮੈਂ ਕਾਨੂੰਨ ਦੀ ਲਾਲ ਕਿਤਾਬ ਨਹੀਂ ਦੇਖੀ। ਉਹ ਪੱਤਰੇ ਚਾਰ ਦਿਨ ਫਰੋਲੇ। ਕਹਿੰਦਾ ਲਾਲ ਕਿਤਾਬ ਆਖੇ ਇਉਂ, ਤੇਲੀ ਬਲਦ ਪੜਾਇਆ ਕਿਉਂ? ਖਲ ਖਲਾਏ ਕੀਆ ਮਿਸ਼ਟੰਡ, ਬੈਲ ਕਾ ਬੈਲ 30 ਰੁਪਏ ਡੰਡ। ਇਸ ਤਰ੍ਹਾਂ ਇਹ ਰਾਜਨੀਤਿਕ ਸਮਾਜ ਵਿੱਚ ਵੀ ਇੱਥੇ ਦਾ ਕੁਝ ਫਰਕ ਹੋਏਗਾ। ਅਤੇ ਸਾਡੇ ਦੇਸ਼ ਵਿੱਚ ਤਾਂ ਉੱਥੇ ਇੰਨਾ ਇਹ ਕੰਮ ਚੱਲਿਆ ਹੋਇਆ, ਹਰ ਪਾਸੇ ਹੇਰਾ ਫੇਰੀ ਦਾ ਬੋਲਬਾਲਾ ਹੈ। ਅਤੇ ਗੁਰੂ ਮਹਾਰਾਜ ਜੀ ਸੁਮਤ ਬਖਸ਼ਿਸ਼ ਕਰੇ ਕਿ ਜਿਹੜੇ ਪਾਸੇ ਸਾਡਾ ਸਮਾਜ ਚੱਲ ਰਿਹਾ ਹੈ, ਸੋ ਇਸ ਵਾਸਤੇ ਇਹ ਜਿਹੜਾ ਇਤਿਹਾਸ ਇਹ ਨਹੀਂ ਕਿ ਉਹ ਮਸੰਦਾਂ ਵੱਲ ਇਸ਼ਾਰਾ ਕਰ ਰਿਹਾ, ਕਿ ਆਪਾਂ ਇਸ ਗੱਲ ਦੀ ਵਿਚਾਰ ਕਰਨੀ ਹੈ ਕਿ ਉਹ ਮਸੰਦਾਂ ਵਾਲੇ ਔਗਣ ਜਿਹੜੇ ਸਾਡੇ ਅੱਜ ਧਰਮ ਦੇ ਠੇਕੇਦਾਰ ਆ ਉਹਨਾਂ ਵਿੱਚ ਤਾਂ ਨਹੀਂ ਆ ਚੁੱਕੇ। ਜੇ ਆ ਗਏ ਆ ਤੇ ਕਈ ਵਾਰੀ ਮੋਰਚੇ ਲੱਗੇ ਆ ਕਿ ਅਦਾਸੀ ਸਾਧੂ ਸੀਗੇ ਕਰਨ ਲੱਗ ਪਏ ਵੀ ਆਪਾਂ ਜੇ ਹੁਣ ਇਹਨਾਂ ਸਥਾਨਾਂ ਦੇ ਉੱਤੇ ਕਾਬਜ ਹਾਂ ਵੀ ਅਸੀਂ ਵੀ ਉਹੋ ਹੀ ਕੁਝ ਕਰ ਰਹੇ ਹਾਂ। ਵੀ ਅੱਗੇ ਇੱਕ ਨਰੈਣ ਦਾਸ ਸੀ, ਹੁਣ ਤਾਂ ਨਰੈਣ ਦਾਸਾਂ ਦਾ ਅੰਤ ਹੀ ਕੋਈ ਨਹੀਂ, ਕਿੰਨੇ ਕੀ ਕੁਝ ਹੋ ਰਿਹਾ। ਸੋ ਇਸ ਵਾਸਤੇ ਇਹ ਇਤਿਹਾਸ ਜਾਂ ਮਹਾਂਪੁਰਖਾਂ ਦੇ ਜਿਹੜੇ ਬਚਨ ਆ ਉਹ ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ ਪਰਥਾਏ। ਉੱਥੇ ਇੱਕ ਸਥਾਨ ਸੀ, ਗਿਆਨੀ ਜੀ ਤਾਂ ਉੱਧਰ ਲਈ ਹਨ। ਉਹ ਬੀਬੀ ਕੋਈ ਆਈ, ਉਹਦੀ ਉੱਥੇ ਉਹ ਕਿਤੇ ਮੁਰਕੀ ਡਿੱਗ ਪਈ। ਉਹ ਸੇਵਾਦਾਰ ਬੀਬੀ ਝਾੜੂ ਫੇਰ ਰਹੀ ਸੀ। ਉਹ ਵਿਚਾਰੀ ਭੋਲੀ ਅਖਿਆ ਮੁਰਕੀ ਹੈ। ਅਤੇ ਉਹ ਜਿਹੜੇ ਗ੍ਰੰਥੀਆਂ ਨੇ ਦੇਖਿਆ, ਪਹਿਲਾਂ ਤਾਂ ਹੱਥ ਨਾਲ ਆਰ ਜਾ ਕਿ ਮਾਰੀ ਐਵੇਂ ਆ, ਫਿਰ ਉਹ ਜੇਬ ਵਿੱਚ ਪਾ ਲਈ। ਉਹ ਹੁਣ ਲੜਕੀ
ਦਾ ਪੇਕੇ ਪਿੰਡ ਨੇੜੇ ਸੀ। ਉਹ ਹੈਗੀ ਸੀ ਸੱਸ ਵੱਲੋਂ ਚੜ੍ਹੀ ਹੋਈ, ਜਦੋਂ ਪੇਕੇ ਆਉਂਦੀ ਹੁੰਦੀ ਸਰਸਰਾ ਜਾਣਾ ਸੀ, ਤੇ ਸੱਪ ਨੂੰ ਇੱਕ ਸੱਸਾ ਤੇ ਸੱਸ ਨੂੰ ਸੁੱਖ ਨਾਲ ਦੋ ਸੱਸੇ ਲੱਗਦੇ ਆ, ਡਬਲ ਜ਼ਹਿਰ ਹੁੰਦੀ ਹੈ ਨਾ। ਉਹਨੂੰ ਇਹ ਵੀ ਮੈਨੂੰ ਤਾਂ ਨਹੀਂ ਵੜਨ ਨਹੀਂ ਦੇਣਾ। ਉੱਥੇ ਕਿਹਾ ਤੇ ਉਹ ਗਿਆਨੀ ਜੀ ਤਾਬਿਆ ਚੌਰ ਕਰਦੇ ਸੀ, ਕੋਈ ਵੀ ਉਹਨਾਂ ਨੇ, ਤੇ ਜਿਹੜੇ ਅਨਾਊਂਸਮੈਂਟ ਕਰ ਰਿਹਾ ਵੀ ਭਾਈ ਜੀ ਨੂੰ ਉਹ ਮੁਰਕੀ ਸ਼ੁਰਕੀ ਮਿਲੀ ਹੈ, ਉਹ ਦੇ ਦਿਓ। ਉਹ ਗੱਲ ਇਹ ਹੋਈ ਵੀ ਜਿਵੇਂ ਉਹ ਜੱਟ ਦੀ ਕਹੀ ਗੁਆਚ ਗਈ। ਉਹ ਕਹਿੰਦੇ ਕਹੀ ਉਹ ਭਰਾਈ ਨੇ ਡੋਂਡੀ ਪਿੱਟੀ, ਕਹੀ ਮਿਲੀ ਨਾ। ਕਹਿੰਦੇ ਵੀ ਭਰਾਈ ਦਾ ਘਰ ਹੀ ਦੇਖ ਲਓ, ਕਿਤੇ ਇਹੀ ਨਾ ਲੁਕੋਈ ਬੈਠਾ ਹੋਵੇ। ਉਹ ਡੋਂਡੀ ਪਿੱਟਣ ਵਾਲਾ ਜਿਹੜਾ, ਉਹਦੇ ਘਰੋਂ ਹੀ ਮਿਲ ਗਈ। ਉਹ ਫਿਰ ਗਿਆਨੀ ਜੀ ਆ ਗਏ ਤੇ ਮੈਂ ਕਿਹਾ ਸੱਚ ਦੱਸੋ, ਝੂਠ ਨਾ ਬੋਲਿਓ। ਨਹੀਂ ਜੀ, ਇਹ ਤਾਂ ਨਿਸ਼ਾਨ ਸਾਹਿਬ ਥੱਲੇ ਸਹੁੰ ਖਾਧੀ। ਮੈਂ ਕਿਹਾ ਇਹ ਸਹੁੰ ਨੂੰ ਕੀ ਮੰਨਦੇ ਆ, ਇਹਦਾ ਬਹੁਤ ਗਾਂ ਨਿਕਲ ਗਿਆ। ਉਹ ਚਿੱਚੜ ਜਿਹੜਾ ਹਰ ਵੇਲੇ ਗਾਂ ਦੇ ਲਿਬਾਸ ਨਾ ਹੁੰਦਾ, ਖੂਨ ਨਹੀਂ ਪੀਂਦਾ, ਉਹ ਦੁੱਧ ਥੋੜ੍ਹੀ ਜਾਣਦਾ। ਤੇ ਡਿੱਡੂ ਹਰ ਵੇਲੇ ਕਬਲ ਨਾ ਹੁੰਦਾ, ਇਹ ਮਨ ਮੀੜ ਕੋ ਕਬਲ ਕੀ ਸਾਰ ਨਹੀਂ ਮੂਲ। ਉਹ ਹਾਲ ਹੈ। ਉਹ ਸਾਧ ਸੰਗਤ ਜੀ ਮੰਨੇ ਨਾ, ਤੇ ਸਵੇਰੇ ਹੀ ਆ ਗਿਆ। ਆਖਿਆ ਜੀ ਆਹ ਹੈਗੀ ਹੈ। ਮੈਂ ਕੱਲ੍ਹ ਪੁੱਛਿਆ ਸੀ ਤੇ ਤੂੰ ਹੁਣ। ਫਿਰ ਉਹ ਸਿੰਘ ਨੂੰ ਬੁਲਾਇਆ ਵੀ ਭਾਈ ਚੀਜ਼ ਹੈਗੀ ਹੈ। ਅਖੀਰ ਫਿਰ ਉਹ ਕਿਤੇ ਇੰਸਪੈਕਟਰ ਆਏ ਸੀ, ਮਾੜੀ ਮੋਟੀ ਲਿਖਤ ਪੜ੍ਹਤ ਕਰਨੀ ਸੀ, ਹੈਗੇ ਤਾਂ ਹੁਣ ਸਾਰੇ ਚੋਰਨ ਟੋਲਾ ਇੱਕੋ ਹੀ ਬੋਲਾ। ਹੁਣ ਦੇਖਿਆ ਵੀ ਹੁਣ ਡਿਸਮਿਸ ਨਾ ਹੋ ਜਾਈਏ। ਉਹਨੇ ਫਿਰ ਮੈਂਬਰ ਸਾਹਿਬ ਨਾਲ ਗਿਟਮਿਟ ਕਰ ਲਈ, ਤੇ ਮੈਂਬਰ ਕਹਿਣ ਲੱਗਾ ਵੀ ਤੂੰ ਆਪਣੀ ਪੂਰੀ ਤਨਖਾਹ ਦੇ ਦੇਈਂ, ਫਿਰ ਪੋਚਾ ਫੇਰ ਦਿਆਂਗੇ। ਇਸ ਤਰ੍ਹਾਂ ਹੋ ਗਿਆ। ਤੇ ਜੇ ਕਹੀਏ ਵੀ ਅੱਜ ਨਹੀਂ, ਇਹ ਅੱਜ ਵੀ ਬਹੁਤ ਕੁਝ ਹੋ ਰਿਹਾ। ਇਸ ਵਾਸਤੇ ਆਪਾਂ ਸਾਖੀ ਸੁਣ ਲੈਂਦੇ ਹਾਂ, ਬੜਾ ਖੁਸ਼ ਹੁੰਦੇ, ਲੈ ਵੀ ਉਹ ਇਉਂ ਕਰਦੇ ਸੀ, ਇਉਂ ਹੋਇਆ। ਪਰ ਇਹ ਹੈ, ਇਹ ਸਾਖੀਆਂ ਸੁਣ ਕੇ ਦੇਖਣਾ ਕਿ ਸਾਡੇ ਵਿੱਚ ਐਸੇ ਦੋਸ਼ ਤਾਂ ਨਹੀਂ। ਜੇ ਕਮਜ਼ੋਰੀ ਹੈਗੀ ਹੈ, ਸੰਗਤ ਦਾ ਆਸਰਾ ਲਓ, ਨਾਮ ਬਾਣੀ ਦਾ, ਗੁਰੂ ਮਹਾਰਾਜ ਦਾ ਉਹਦੇ ਅੱਗੇ ਬੇਨਤੀ ਕਰੋ, ਮਹਾਰਾਜ ਕਲਯੁਗੀ ਜੀਵ ਹਾਂ, ਪੈਰ ਪੈਰ ਤੇ ਭੁੱਲਾਂ ਕਰਦੇ ਹਾਂ, ਬਖਸ਼ ਦਿਓ। ਇਸ ਵਾਸਤੇ ਫਿਰ ਤਾਂ ਕੋਈ ਸੰਸਥਾ ਲੈ ਲਓ, ਕੋਈ ਕੌਮ ਲੈ ਲਓ, ਉਹਦਾ ਸੁਧਾਰ ਹੋ ਜਾਂਦਾ। ਤੇ ਜੇ ਇੱਥੇ ਪੜ੍ਹ ਸੁਣ ਲੈ ਵੀ ਚੇਤੋ ਕਰਦਾ ਸੀ, ਉਹਨਾਂ ਇਉਂ ਹੋ ਗਿਆ, ਤੇ ਆਪਾਂ ਚੇਤੋਂ ਤੋਂ ਵੀ 10 ਕਦਮ ਗਾਂਹ ਜਾਂਦੇ ਹਾਂ। ਫਿਰ ਉਹ ਇਤਿਹਾਸ ਸੁਣ ਕੇ ਬਹੁਤਾ ਲਾਭ ਹੋਣ ਵਾਲਾ ਨਹੀਂ। ਅੱਜ ਹੁਣ 550 ਸਾਲ ਤੋਂ 2 ਸਾਲ ਉੱਤੇ ਹੋ ਗਏ ਮਹਾਰਾਜ ਨੂੰ ਅਵਤਾਰ ਧਾਰਿਆ। ਵੈਸੇ ਤਾਂ ਉਹ ਸਦਾ ਹੀ ਹੈ, ਇਹ ਤਾਂ ਜਦੋਂ ਸਰਗੁਣ ਸਰੂਪ ਧਾਰ ਕੇ ਆਏ ਸੀ। ਆਪਾਂ ਆਪਣੇ ਵਾਲਾ ਝਾਤ ਮਾਰੀਏ, ਸਾਡੀ ਕੌਮ ਕਿੱਥੇ ਕੁ ਖੜੀ ਹੈ। ਹਾਲੇ ਰੋਮਾਂ ਦੀ ਬੇਅਦਬੀ ਨਹੀਂ ਹੈ ਛੱਡ ਸਕੇ, ਨਸ਼ੇ ਅਸੀਂ ਨਹੀਂ ਛੱਡੇ, ਠੱਗੀਆਂ ਠੋਰੀਆਂ ਹੇਰਾ ਫੇਰੀਆਂ ਅਸੀਂ ਨਹੀਂ ਛੱਡੀਆਂ, ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪੈਨਾਮੀਆਂ, ਰਾਤ ਦਿਨ ਸ ਜੀ ਨਾਲ। ਜਿੱਥੇ ਕੋਈ ਬੈਠਾ ਉਹ ਜਿੰਨਾ ਦਾ ਲੱਗਦਾ ਲਾ ਰਿਹਾ। ਵੀ ਜਿਵੇਂ ਉੱਲੂ ਜਿਹੜੀ ਡਾਲੀ ਤੇ ਬੈਠਾ, ਇਸ ਵੇਲੇ ਸਾਡੀ ਕੌਮ ਦੇ ਅੰਦਰ ਇਹ ਬੜਾ ਨਗਾਰ ਆ ਚੁੱਕਿਆ ਆ। ਇਤਿਹਾਸ ਸੁਣ ਕੇ ਆਪਾਂ ਹਰੇਕ ਨੇ ਆਪੋ ਆਪਣੇ ਮਨ ਨਾਲ ਝਾਤ ਪਾਉਣੀ ਹੈ
ਠੀਕ ਆ, ਕਲਯੁਗ ਦਾ ਪ੍ਰਭਾਵ ਆ, ਕੋਈ ਬੰਦਾ ਵੀ ਗਲਤੀ ਕਰ ਸਕਦਾ, ਹੋ ਸਕਦੀ ਹੈ, ਪਰ ਜੋ ਗਲਤੀ ਕਰਕੇ ਉਹਦਾ ਸੁਧਾਰ ਕਰ ਰਿਹਾ ਤੇ ਬੜੀ ਹਿੰਮਤ ਹੈ, ਬਹੁਤ ਵੱਡੀ ਹਿੰਮਤ ਹੁੰਦੀ ਹੈ। ਬਿਧੀ ਚੰਦ ਦਾ ਜੀਵਨ ਪੜ੍ਹੋ, ਲਖੂ ਧਾੜਵੀ ਦਾ ਪੜ੍ਹੋ, ਸੱਜਣ ਠੱਗ, ਕੌਡੇ ਰਾਖਸ਼, ਹੋਰ ਕਿੰਨੇ ਇਤਿਹਾਸ ਵਿੱਚ ਆਏ। ਬਾਅਦ ਵਿੱਚ ਉਹ ਕਿੱਡੀਆਂ ਉੱਚ ਪਦਵੀਆਂ ਦੇ ਉੱਤੇ ਪਹੁੰਚੇ ਹੈ ਕਿ ਜੀਵਨ ਵਿੱਚ ਜੇ ਕੋਈ ਸੰਗਤ ਦੇ ਪ੍ਰਭਾਵ ਨਾਲ ਕੋਈ ਸਮਾਂ ਬਣਿਆ, ਸੰਗਤ ਦੇ ਪ੍ਰਭਾਵ ਨਾਲ ਇੰਨੀਆਂ ਉੱਚੀਆਂ ਪਦਵੀਆਂ ਪਾਈਆਂ ਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਬੜੀਆਂ ਪਦਵੀਆਂ ਨਾਲ ਨਵਾਜਿਆ। ਪਰ ਜੇ ਆਪਾਂ ਮੁੜ ਕੇ ਉਹੀ ਕਰੀ ਕਰਾਈ ਜਾਂਦੇ ਹਾਂ ਫੇਰ ਤਾਂ ਗੱਲ ਨਹੀਂ। ਤੇ ਇੱਕ ਵਾਰੀ ਮਹਾਂਪੁਰਖ ਆਏ ਪਿੰਡਰਾਂ ਵਾਲੇ, ਉਹ ਲਖੂ ਧਾੜਵੀ ਜਿਹੜਾ ਹੋਇਆ ਫੇਰ ਤਾਂ ਬਹੁਤ ਵੱਡਾ ਗੁਰਸਿੱਖ ਬਣ ਗਿਆ ਨਾ। ਨਿਤਨੇਮ ਤੋਂ ਅਲੱਗਾ 21 ਜਪਜੀ ਸਾਹਿਬ ਤੋਂ ਦੇ ਪੱਕੇ ਹੀ ਸੀ। ਤੇ ਜਦੋਂ ਬੁੱਧੂ ਦਾ ਉਹ ਆਵੇ ਵਾਸਤੇ ਲੰਗਰ ਦੀ ਅਰਦਾਸ, ਇਹ ਲਖੂ ਹੀ ਸੀਗਾ ਜਿਹਨੇ ਕਿਹਾ ਸੀ ਬੁੱਧੂ ਦਾ ਆਵਾ ਕੱਚਾ, ਇਹ ਲਖੂ ਸੀ। ਪਹਿਲਾਂ ਧਾੜਵੀ ਸੀ, ਪਰ ਮਹਾਰਾਜ ਦੀ ਸੰਗਤ ਨਾਲ ਕਿੱਡੀ ਉੱਚੀ ਪਦਵੀ ਨੂੰ ਪਾ ਗਿਆ। ਉਹਦੀ ਰਸਨਾ ਤੇ ਸ੍ਰੀ ਜਪਜੀ ਸਾਹਿਬ ਦਾ ਨਿਵਾਸ ਹੋ ਗਿਆ ਤੇ ਰਸਨਾ ਵਿੱਚ ਏਡੀ ਵੱਡੀ ਬਰਕਤ ਆ ਗਈ। ਆਵਾ ਕੱਚਾ ਰਿਹਾ, ਪਰ ਮਹਾਰਾਜ ਨੇ ਕਿਹਾ ਵੀ ਫੇਰਾ ਭਾਈ ਕੱਚਾ ਪੱਕਿਆਂ ਭਾ ਵਿਕ ਜਾਏਗਾ। ਉਹ ਗੁਰਸਿੱਖ ਉਹਦੇ ਪਰਿਵਾਰ ਦਾ ਮਿਲਿਆ, ਕਹਿਣ ਲੱਗਾ ਜੀ ਮੈਨੂੰ ਪਛਾਣਦੇ ਆ? ਮੈਂ ਕਿਹਾ ਹਾਂ। ਵੀ ਤੂੰ ਅੰਮ੍ਰਿਤਧਾਰੀ ਸਿੰਘ ਆ, ਤੂੰ 10ਵੇਂ ਪਾਤਸ਼ਾਹ ਦਾ ਸਿੱਖ ਆ। ਸਿੱਖ ਦੀ ਆਈਡੈਂਟੀਫਿਕੇਸ਼ਨ ਤਾਂ ਇਹੀ ਆ ਨਾ, ਜਿਹੜੇ 5 ਕਕਾਰ ਆ, ਰਹਿਤ ਮਰਜ਼ਾਦਾ ਹੈ, ਤੇ ਕੋਈ ਵਿਸ਼ੇਸ਼ ਉਹ ਦੱਸ ਦਿਓ। ਉਹ ਕਹਿਣ ਲੱਗਾ ਜੀ ਮੈਂ ਲਖੂ ਦੇ ਪਰਿਵਾਰ 'ਚੋਂ। ਮੈਂ ਉਹਨੂੰ ਨਮਸਕਾਰ ਕੀਤੀ ਵੀ ਧੰਨਿਆ ਗੁਰਮੁਖ ਪਿਆਰਿਆ, ਵੀ ਤੁਸੀਂ ਸਦੀਆਂ ਤੋਂ ਜੁੜੇ, ਹਾਲੇ ਤੱਕ ਤੁਸੀਂ ਸਿੱਖੀ ਨਾਲ ਜੁੜੇ ਹੋਏ ਆ। ਬੀਜ ਜਿਹੜਾ ਕਾਇਮ ਆ। ਸੋ ਇਸ ਵਾਸਤੇ ਇਹ ਜਿਹੜਾ ਇਤਿਹਾਸ, ਇਹ ਚੇਤੋ ਮਸੰਦ ਤੱਕ ਸੀਮਤ ਨਹੀਂ। ਇਹ ਇਤਿਹਾਸ ਸਾਨੂੰ ਸਿੱਖਿਆ ਦਿੰਦਾ ਉਹਨਾਂ ਮਸੰਦਾਂ ਵਾਲੇ ਜਾਂ ਚੇਤੋ ਵਾਲੇ ਜਿਹੜੇ ਔਗਣ ਆ, ਉਹ ਸਾਡੇ ਵਿੱਚ ਨਾ ਆ ਜਾਣ। ਤੇ ਜੇ ਤਾਂ ਉਹਨਾਂ ਦੋਸ਼ਾਂ ਨੂੰ ਦੂਰ ਕਰ ਲਾਂਗੇ ਫਿਰ ਮਹਾਰਾਜ ਬਖਸ਼ਿੰਦਿਆ। ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਿਹੰਜੀ ਕਾਢੀਆ, ਜਿਨ੍ਹਾਂ ਨਿਹੋਦੂ ਜਾਣੇ ਲਗਾ ਝੂਰ ਮਰੋ ਸੇ ਬਾਢੀਆ। ਹੁਣ ਨਾ ਛੋੜੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਿਹੰਜਾ ਆਸਰਾ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਇਹ ਨਹੀਂ ਕਿ ਚੇਤੋ ਦੀ ਗੱਲ ਸੁਣ ਕੇ ਉੱਥੇ ਲੈ ਵੀ ਉਹਨੂੰ ਆਹ ਹੋਇਆ, ਇਸ ਤਰ੍ਹਾਂ ਹੋਇਆ। ਇਹ ਦੇਖਣਾ ਆਪਣੇ ਮਨਾਂ ਨਾਲ ਝਾਤ ਪਾ ਕੇ, ਇਹ ਚੇਤੋ ਵਾਲੀਆਂ ਬਿਰਤੀਆਂ, ਇਹ ਤਾਮਸ਼ੀ ਬਿਰਤੀਆਂ ਜਾਂ ਰਜੋਗੁਣੀ ਬਿਰਤੀਆਂ ਜਿਹੜੀਆਂ, ਉਹ ਹਰ ਇਨਸਾਨ ਦੇ ਅੰਦਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਲਾ ਰਹੀਆਂ। ਤੁਸੀਂ ਇੱਥੇ ਬੈਠੇ ਆ, ਜਿਹੜੇ ਉੱਥੇ ਬੈਠੇ ਆ, ਤੁਸੀਂ ਉਹਨਾਂ 'ਤੇ ਯਕੀਨ ਕਰ ਲੈਂਦੇ ਆ। ਉਹਨਾਂ ਨੂੰ ਤੁਸੀਂ ਆਪਣਾ ਮੁਖਤਿਆਰਨਾਮਾ ਦਿਆ ਹੈ। ਇਹ ਬਹੁਤ ਘਟਨਾਵਾਂ ਹੋ ਰਹੀਆਂ, ਉਹ ਮੁਖਤਿਆਰਨਾਮੇ ਦਾ ਲਾਭ ਲੈ ਕੇ ਸਾਰਾ ਕੁਝ ਆਪੇ ਹੜੱਪ ਲੈਂਦੇ ਆ। ਤੇ ਕੀ ਫਿਰ ਆਪਾਂ ਚੇਤੋ ਤੋਂ ਘਟਿਆ? ਤੁਸੀਂ ਤਾਂ ਪ੍ਰਦੇਸ਼ 'ਚ ਆ ਗਏ। ਫਿਰ ਮੇਰਾ ਭਰਾ ਭੈਣ ਉੱਥੇ ਬੈਠਾ ਹੋਇਆ, ਆ ਪਿੱਛੇ ਗਏ, ਉਹ ਇੱਕ ਨਗਰ ਆ, ਉਹ ਕੋਠੀ 'ਚ ਰਿਸ਼ਤੇਦਾਰਾਂ ਨੂੰ ਬਾਹਰ ਲਿਆ। ਉਹ ਵਿਚਾਰੇ ਗਏ, ਹੌਰਨ ਦਿੱਤਾ, ਉਹ ਨਹੀਂ ਗੇਟ ਹੀ ਨਾ ਖੋਲ੍ਹਿਆ। ਉਹ ਬੜਾ ਖੜਕਾਇਆ, ਹੱਦ ਹੋ ਗਈ ਹੈ। ਤੇ ਜਿੱਲੇ ਉਹ ਗੇਟ ਭੰਨਿਆ, ਉਹਨੇ ਪੁਲਿਸ ਵਾਲਾ ਲਈ, ਇਹ ਤਾਂ ਜੀ ਸਾਡੇ ਤੇ
ਅੱਤਵਾਦੀ ਲੈ ਕੇ ਆ ਗਏ। ਉਹ ਬਲੈਚੋਂ ਗਏ ਕੋਠੀ ਵਾਲਾ, ਉਹਨਾਂ ਨੂੰ ਉੱਥੇ ਬਹਾ ਲਿਆ, ਫਿਰ ਰਿਸ਼ਤੇਦਾਰ ਆ ਤੇ ਕੋਠੀ 'ਤੇ ਕਬਜ਼ਾ ਕਰ ਲਿਆ, ਤੇ ਜਿਹੜਾ ਇੱਧਰੋਂ ਵਿਚਾਰਾ ਗਿਆ ਉਹਨੂੰ ਅੱਤਵਾਦੀ ਬਣਾਤਾ। ਆਹ ਏਜੰਟੀਆਂ ਜਿਹੜੇ ਕਰਦੇ ਇਹਨਾਂ ਦਾ ਇਹੀ ਹਾਲ ਆ। ਉਹ ਜਿਹੜੇ ਮਾਇਆ ਹੜੱਪ ਲੈਂਦੇ ਹਨ, ਜਿਹੜੇ ਜਾਓ ਪਹਿਲਾਂ ਤਾਂ ਸਹੀ ਫੋਨ ਹੀ ਨਹੀਂ ਦੱਸਣਾ, ਬੰਬੇ ਦਾ ਲਿਖਾ ਦੇਣਾ। ਹੁਣ ਬੰਬਾ ਉੱਥੇ ਕਿੱਥੇ ਲੱਜੂਗਾ? ਤੇ ਜੇ ਚਲੇ ਗਏ ਫੇਰ ਕਰ ਦੇਣ ਜੀ ਅੱਤਵਾਦੀ ਆ ਗਏ। ਇਹ ਚੇਤੋ ਦੇ ਘੱਟ ਆ। ਚੇਤੋ ਦਾ ਬਹੁਤ ਪੈਦਾ ਹੋ ਚੁੱਕੇ ਆ। ਕੌਡੇ ਰਾਖਸ਼ਾਂ ਦਾ ਕੋਈ ਅੰਤ ਨਹੀਂ, ਕਿੰਨੇ ਕਿ ਇਸ ਵੇਲੇ ਸੱਜਣ ਠਾ ਗਿਆ। ਉਹ ਤਾਂ ਮੈਂ ਕਹਿੰਦਾ ਧੰਨ ਆ ਜਿਹੜੇ ਮਹਾਰਾਜ ਦੇ ਟਾਈਮ ਚਾਹੇ ਤਾਂ ਸੁਧਰ ਗਏ, ਤੇ ਜੇ ਮਹਾਰਾਜ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਫੇਰ ਵੀ ਮਹਾਰਾਜ ਨੇ ਉਹਨਾਂ ਦਾ ਭਲਾ ਕਰ ਦਿੱਤਾ। ਉਹਨਾਂ ਨੂੰ ਜੰਮਦੇ ਕਟਹਿਰੇ 'ਚ ਨਹੀਂ ਭੇਜਿਆ, ਉਹਨਾਂ ਦੇ ਕਰਮ ਦਾ ਫਲ ਹੱਥੀਂ ਭੁਗਤਾ ਕੇ ਫੇਰ ਵੀ ਮਹਾਰਾਜ ਨੇ ਜਿਹੜੇ ਗੁਰੂ ਮਹਾਰਾਜ ਦੇ ਹੱਥੋਂ ਸਜ਼ਾ ਭੋਗੀਆਂ ਉਹ ਮੁਕਤ ਹੋ ਜਾਂਦੇ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਆ ਹੁਣ ਉੱਥੇ ਇੱਕ ਗ੍ਰੰਥੀ ਸਿੰਘ ਹੈ, ਉਹ ਬੱਚਿਆਂ ਨੂੰ ਅੱਜ ਕੱਲ੍ਹ ਆ ਉਹ 62 ਲੱਖ ਰੁਪਏ ਅਮਰੀਕਾ ਦਾ, 20 ਲੱਖ ਪਹਿਲਾਂ ਫੀਸ ਲਈ ਹੈ, ਹੁਣ ਬਸ ਐਵੇਂ ਕੰਨੀ ਕਤਰਾਈ ਜਾਂਦਾ। ਇਹ ਚੇਤੋ ਤੋਂ ਘੱਟ ਤੇ ਨਹੀਂ। ਆ ਤੁਹਾਡੇ ਕਈ ਬੈਠੇ ਆ, ਕਈਆਂ ਨੇ ਉਹ ਹੁੰਦੀ ਹੋਣੀ ਆ ਜਿਹੜੇ ਇੱਥੇ ਆਉਂਦੇ ਆ ਏਜੰਟ ਜਿਹੜੇ ਆ, ਕਿਸ ਤਰ੍ਹਾਂ ਠੱਗੀਆਂ ਠੋਰੀਆਂ ਕਰਾ ਰਹੇ ਹੈ। ਇਸ ਵਾਸਤੇ ਇਹ ਸਮਾਜ ਦੇ ਵਿੱਚ ਐਸੀਆਂ ਬਿਮਾਰੀਆਂ, ਐਸੇ ਦੋਸ਼ਾ ਕੰਨਿਆਂ ਬੈਠੀਆਂ ਵਿਆਹ ਦੇ ਲਾਲਚ ਆ ਜਾਂਦੀਆਂ। ਆ ਹੁਣੇ ਸਾਡੇ ਕੋਲ ਰੋਂਦੇ ਗਏ ਆ ਟੱਬਰ, ਨਿਆਣੇ ਜਮਾ ਲੈਂਦੇ ਆ, ਕੁੱਟਮਾਰ ਕਰਦੇ ਆ। ਆ ਵਕੀਲ ਵਿੱਚ ਬੈਠੇ ਆ, ਇਹ ਦੱਸਦੇ ਆ ਕਿ 95% ਡਿਵੋਰਸਾਂ ਦੇ ਕੇਸ ਆ। ਸਾਡੇ ਸਿੱਖਾਂ ਦੇ 2 ਰਿਸ਼ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੇ ਆ। ਕਿਹੜੇ ਕਿਹੜੇ ਖਿਆਲ ਆ? ਇੱਕ ਤਾਂ ਗ੍ਰਸਤ ਦਾ ਸੰਸਾਰੀ ਰਿਸ਼ਤਾ, ਦੂਜਾ ਆ ਜਿਹੜੇ ਖੰਡੇ ਵੜ ਦਾ ਅੰਮ੍ਰਿਤ ਛਕਦੇ ਆ। ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ, 5 ਪਿਆਰੇ ਪੂਰੀਆਂ ਬਾਣੀਆਂ ਪੜ੍ਹ ਕੇ ਵੀ ਅੰਮ੍ਰਿਤ ਤਿਆਰ ਕਰ ਲੈਣ, ਕਿਸੇ ਨੇ ਛਕਣ ਨੂੰ ਤਿਆਰ ਨਹੀਂ ਹੋਣਾ। ਇਹ ਮਹਾਰਾਜ ਹਨੀ ਵਿੱਚ, ਕਿਉਂਕਿ ਮਹਾਰਾਜ ਦੀ ਹਾਜ਼ਰੀ ਵਿੱਚ 5 ਪਿਆਰੇ ਵਿਧੀ ਨਾ ਕਰਨਗੇ ਫੇਰ ਹੀ ਅੰਮ੍ਰਿਤ ਨੂੰ ਪ੍ਰਵਾਨਗੀ ਮਿਲਣੀ ਹੈ। ਗੁਰੂ ਤੋਂ ਬਿਨਾਂ ਗੱਲ ਨਹੀਂ ਨਾ ਬਣਨੀ। ਸਤਿਗੁਰ ਬਾਝੋਂ ਸੰਗਤ ਨਾ ਹੋਈ, ਨਗੁਰੇ ਕਾ ਹੈ ਨਾਮ ਬੁਰਾ। ਇਸ ਵਾਸਤੇ ਗੁਰਮੁਖ ਪਿਆਰਿਓ, ਅੱਜ ਦੇਖ ਲਓ ਇਹਨਾਂ ਰਿਸ਼ਤਿਆਂ ਵਿੱਚ ਕਿੰਨੀ ਤਰੇੜ ਆਈ ਹੋਈ ਹੈ। ਉਹ ਲੜਕੀਆਂ ਧੱਕੇ ਖਾਂਦੀਆਂ ਫਿਰਦੀਆਂ, ਉਹ ਸ਼ਰਾਬਾਂ ਡੱਫਦੇ ਫਿਰਦੇ ਆ, ਚਿੱਟੇ ਪੱਕਦੇ ਫਿਰਦੇ, ਧੂਏ ਲੈਂਦੇ ਫਿਰਦੇ ਆ। ਇਹ ਚੇਤੋਂ ਨੂੰ ਘੱਟ ਆ, ਇਹ ਤਾਂ ਉਹਨਾਂ ਨੂੰ ਬਹੁਤ ਅੱਗੇ ਨਿਕਲ ਗਿਆ। ਅੱਗੇ ਸਿੰਘ ਦਾ ਇਤਿਹਾਸ ਪੜ੍ਹੋ ਕਿ ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਜਾਂ ਹੋਰ ਮਹਾਂਪੁਰਖ 60-60 ਹਜ਼ਾਰ ਲੜਕੀਆਂ ਉਹਨਾਂ ਨੂੰ ਛਡਾ ਕੇ ਘਰੋਂ ਘਰ ਇੱਜ਼ਤ ਨਾਲ ਵਸਾਉਂਦੇ ਸੀ। ਅੱਜ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਆਨੰਦ ਕਾਰਜ ਕਰਕੇ ਆਪਣੀ ਜਨਾਨੀ ਨੂੰ ਵਸਾਉਣ ਜੋਗਾ ਨਹੀਂ। ਹਾਲਾਂਕਿ ਬਰਾਬਰ ਉਹ ਕੰਮ ਕਰ ਰਹੀਆਂ, ਬਰਾਬਰ ਕੰਮ ਕਰ ਰਹੀਆਂ ਨਾ ਦੇਸਾਂ ਵਿੱਚ। ਇਹ ਦੱਸੋ ਇਹਨਾਂ ਮਸੰਦਾਂ ਨੂੰ ਘਟਿਆ? ਇਹ ਬਾਣੀ ਦਾ ਇਤਿਹਾਸ ਸੁਣ ਕੇ ਦੇਖਣਾ ਕਿਹੜੇ ਕਿਹੜੇ ਪਾਸੇ ਸਾਡੇ ਇਹ ਕਮਜ਼ੋਰੀਆਂ ਆ ਚੁੱਕੀਆਂ, ਜਿਹੜੀਆਂ ਸਾਨੂੰ ਸਿੱਖ ਕੌਮ ਦੀ ਆਨ ਸ਼ਾਨ ਨੂੰ ਖਤਮ ਕਰ ਰਹੀਆਂ, ਸਾਡੇ ਜੀਵਨ ਨੂੰ ਤਬਾਹ ਕਰ ਰਹੀਆਂ। ਇਹ ਇਤਿਹਾਸ ਸੁਣਨ ਦਾ, ਪੜ੍ਹਨ ਦਾ, ਵਿਚਾਰਨ ਦਾ ਪ੍ਰਯੋਜਨ ਇਹ ਹੈ ਕਿ ਉਸ ਇਤਿਹਾਸ ਤੋਂ ਸਿੱਖਿਆ ਲੈ ਕੇ ਆਪਾਂ ਆਪਣੇ ਅੰਦਰ ਜਿਹੜੀਆਂ ਕੌਮੀ ਤੌਰ 'ਤੇ ਜਾਂ ਪਰਸਨਲ ਤੌਰ 'ਤੇ, ਸੰਸਥਾਵਾਂ ਦੇ ਤੌਰ 'ਤੇ ਕਮਜ਼ੋਰੀਆਂ ਆਈਆਂ, ਉਹਨਾਂ ਨੂੰ ਦੂਰ ਕਰੀਏ।
ਔਰ ਇਸ ਕਰਕੇ ਧਾਰਮਿਕ ਤੌਰ 'ਤੇ ਲੈ ਲਓ, ਸਮਾਜਿਕ ਵਿਵਹਾਰਕ ਤੌਰ 'ਤੇ ਲੈ ਲਓ, ਅਸੀਂ ਤਾਂ ਰੋਜ਼ ਵਿਚਰਦੇ ਹਾਂ, ਸਾਡੇ ਨਾਲ ਵਾਹ ਪੈਂਦਾ ਹਰ ਪੱਖ ਦਾ। ਇਹ ਤਾਂ ਬੇਨਤੀ ਕਰਦੇ ਹਾਂ। ਸੋ ਆਓ ਸੱਚੇ ਪਾਤਸ਼ਾਹ ਕਿਰਪਾ ਕਰਨ। ਚਿੱਤ ਚਾਹੁੰਦਾ ਹੁੰਦਾ ਕਿ ਨਿਰੋਲ ਗੁਰਬਾਣੀ ਦੀ ਵਿਆਖਿਆ ਕਰੀਏ, ਪਰ ਜਦੋਂ ਬਾਗ ਲਾਇਆ ਜਾਂਦਾ ਤੇ ਜੇ ਉੱਤੇ ਉੱਤੇ ਦਵਾਈ ਛਿੜਕੀ ਜਾਈਏ ਨਾ, ਬੂਟੇ ਫੇਰ ਵੀ ਸੁੱਕ ਜਾਂਦੇ ਆ, ਕਿਉਂਕਿ ਜੜ੍ਹਾਂ ਵਿੱਚ ਸੇਕ ਪਈ ਹੁੰਦੀ ਹੈ। ਤੇ ਜਿੰਨਾ ਚਿਰ ਉਹ ਜੜ੍ਹ ਦੀ ਸੇਕ ਨਿਵਰਤ ਨਹੀਂ ਕਰਦੇ, ਉੱਪਰ ਜਿੰਨਾ ਮਰਜ਼ੀ ਸਪਰੇਅ ਕਰੀ ਜਾਏ ਉਹ ਗੱਲ ਬਣਨੀ ਨਹੀਂ। ਇਸ ਵਾਸਤੇ ਅੱਜ ਸਾਡੇ ਸਮਾਜ ਦਾ ਤੰਦ ਨਹੀਂ ਟੁੱਟਾ, ਤਾਣੀਆਂ ਟੁੱਟ ਚੁੱਕੀਆਂ। ਇਹ ਨਿਗਾਰ ਜਿਹੜੇ ਹੈ, ਇਹ ਦੂਰ ਕਰਨ ਵਾਸਤੇ ਕੁਝ ਵਚਨ ਜਿਹੜੇ ਹੈ ਕਰਨੇ ਪੈਂਦੇ ਹੈ। ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੋਸਿਆ ਜਾ ਰਿਹਾ, ਇਹਦਾ ਮਤਲਬ ਇਹ ਹੈ ਕਿ ਆਪਾਂ ਇਹਨਾਂ ਬੁਰਾਈਆਂ ਨੂੰ ਛੱਡਾਂਗੇ, ਸਾਡੀ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਏਗੀ। ਕਿਉਂਕਿ ਖਾਲਸਾ ਖਾਸ ਕਹਾਵੈ ਸੋਈ, ਜਾਂ ਕੇ ਹਿਰਦੇ ਭਰਮ ਨਾ ਹੋਈ। ਭਰਮ ਭੇਦਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਇਹ ਭਰਮ ਭੇਦ ਹੈ। ਹੁਣ ਇੱਕ ਔਰਤ ਨੂੰ ਛੱਡਤਾ, ਦੂਜਾ ਵਿਆਹ ਕਰ ਲਿਆ, ਹੈ ਤਾਂ ਉਹ ਵੀ ਪੰਜਾਂ ਤੱਤਾਂ ਦੀ ਪੁਤਲੀ ਹੈ, ਤੇ ਉਹ ਜਿਹੜੀ ਹੁਣ ਲਿਆ ਉਹ ਵੀ ਇਹੀ ਕੁਛ ਹੈ। ਇੱਕ ਭਰਮ ਭੂਤ ਵੜਿਆ ਹੋਇਆ ਨੂੰ ਇਨਸਾਨ ਦੇ ਅੰਦਰ। ਪਰ ਸਤਸੰਗੀਓ, ਅੱਜ ਇਹ ਜਿਹੜੀਆਂ ਕਮਜ਼ੋਰੀਆਂ ਹੈਗੀਆਂ, ਫਿਰ ਸੰਸਥਾ ਚਲੇ ਜਾਓ, ਆਪਣੀ ਚੌਧਰ ਵਾਸਤੇ ਉਹ ਜੁਦੀ ਸੰਸਥਾ ਥਾਪ ਲੈਂਦਾ। ਸੰਸਥਾ ਦੇ ਵੀ ਕਿੰਨੇ ਕਿੰਨੇ ਟੁਕੜੇ ਹੋ ਚੁੱਕੇ ਹੈ ਜਥੇਬੰਦੀਆਂ ਦੇ ਅੰਦਰ। ਪਰ ਮਹਾਰਾਜ ਨੇ ਇੱਕ ਖਾਲਸਾ ਬਣਾਇਆ ਸੀ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਉਹ ਧਾਰਾ ਮੂਲ ਨਾਲ ਅਸੀਂ ਟੁੱਟ ਚੁੱਕੇ ਹਾਂ। ਮਹਾਰਾਜ ਦਾ ਸਿਧਾਂਤ ਹੈ ਏਕੋ ਜਪ ਏਕੋ ਸਾਲਾਹੇ। ਉਹ ਜਿਹੜੀ ਵਿਚਾਰ ਸੀ ਉਹ ਤੋਂ ਬੜਾ ਦੂਰ ਜਾ ਚੁੱਕੇ ਹਾਂ। ਆਪੋ ਆਪਣੀਆਂ ਮਰਜ਼ਾਦਾ ਥਾਪੀਆਂ ਹੋਈਆਂ, ਆਪੋ ਆਪਣੇ ਢੰਗ ਦੇ ਨਾਲ। ਇਹ ਜੀ ਮਰਜ਼ਾਦਾ ਹੈ, ਜੇ ਕਹੀਏ ਵੀ ਜਿਹੜੀ ਮਹਾਰਾਜ ਨੇ ਚਲਾਈ ਸੀ ਉਹ ਮਰਜ਼ਾਦਾ ਕਿਹੜੀ ਹੈ? ਤੇ ਜਿਹੜੇ ਚਾਰ ਬੰਦਿਆਂ ਨੇ ਇਕੱਠੇ ਹੋ ਕੇ ਬਣਾ ਲਈ ਉਹ ਮਰਜ਼ਾਦਾ ਤੇ ਹੈ। ਤੇ ਫਿਰ ਇੰਨੇ ਸਾਲ ਪਹਿਲਾਂ ਜਦੋਂ ਇਹ ਸੰਸਥਾਵਾਂ ਕਾਇਮ ਨਹੀਂ ਸੀ ਹੋਈਆਂ, ਉਦੋਂ ਮਹਾਰਾਜ ਨੇ ਕੋਈ ਮਰਜ਼ਾਦਾ ਬਣਾਈ ਸੀ, ਉਹ ਕਿਹੜੀ ਸੀ? ਤੇ ਮਹਾਰਾਜ ਬਿਨਾਂ ਮਰਜ਼ਾਦਾ ਤੇ ਆ ਸਾਰੇ ਕੰਮ ਕਰਦੇ ਕਰਾਉਂਦੇ ਰਹੇ। ਸੋ ਇਸ ਵਾਸਤੇ ਇਸ ਤਰ੍ਹਾਂ ਦੇ ਬੜੇ ਦੋਸ਼ ਜਿਹੜੇ ਹੈ ਉਹ ਪੈਦਾ ਹੋਏ ਹੈ। ਅੱਜ ਉਹ ਪ੍ਰਸੰਗ ਕੁਦਰਤੀ ਇਸ ਸੰਬੰਧ ਵਿੱਚ ਚੱਲਣ ਕਰਕੇ ਬੇਨਤੀ ਕੀਤੀ ਹੈ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਦੋਸ਼ ਪੈਦਾ ਹੋਏ ਆ, ਇਹਨਾਂ ਨੂੰ ਆਪਾਂ ਨਿਵਰਤ ਤਾਂ ਕਰ ਸਕਦੇ ਹਾਂ, ਕੱਲਾ ਕੱਲਾ ਬੰਦਾ ਆਪਣੇ ਮਨ ਅੰਦਰ ਝਾਤ ਪਾਵੇ ਕਿ ਮੇਰੇ ਵਿੱਚ ਐਸਾ ਦੋਸ਼ ਤਾਂ ਨਹੀਂ। ਆਪਾਂ ਦੂਏ ਵੱਲ ਉਂਗਲ ਕਰਦੇ ਹਾਂ, ਐਂ ਕਰਾਂਗੇ ਨਾ। ਆ 3 ਉਂਗਲਾਂ ਆ ਗਈਆਂ ਕਿ ਨਹੀਂ ਆਪਣੇ ਵੱਲ? ਕਹਿੰਦੇ ਤੂੰ ਵੀ ਦੇਖ ਲਾ। ਆ ਦੂਏ ਨੂੰ ਕਹਿ ਰਿਹਾ, ਆਪਣੇ ਵੱਲ ਨਹੀਂ ਦੇਖ ਰਿਹਾ ਵੀ ਮੇਰੇ ਅੰਦਰ ਕੈਸਾ ਹੈ, ਉਹ ਫਲਾਨਾ ਇਹ ਕਰ ਰਿਹਾ। ਤੇ ਜੇ ਆਪਾਂ ਆਪੋ ਆਪਣਾ ਸੁਧਾਰ ਕਰਨਾ ਸ਼ੁਰੂ ਕਰ ਦਈਏ ਫਿਰ ਤਾਂ ਸਾਰਿਆਂ ਦਾ ਹੀ ਸੁਧਾਰ ਹੋ ਜਾਏਗਾ। ਅੱਜ ਸਾਡੀ ਕੌਮ ਵਿੱਚ ਤਾਂ ਇਹ ਜ਼ਿਆਦਾ ਹੀ ਇਸ ਤਰ੍ਹਾਂ ਦਾ ਵਾਤਾਵਰਨ ਜਿਹੜਾ ਬਣਿਆ ਹੋਇਆ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਜਿਹੜਾ ਇਤਿਹਾਸ ਸੁਣਦੇ ਹਾਂ ਉਹ ਸੁਣ ਕੇ ਉਹਨੂੰ ਮੰਨਣਾ ਵੀ ਹੈ, ਉਹਦਾ ਅਮਲ ਵੀ ਕਰਨਾ, ਉਹਦੇ ਅਨੁਕੂਲ ਜੀਵਨ ਬਣਾਉਣਾ ਹੈ। ਫਿਰ ਸਾਡੀ ਕਥਾ ਸੁਣੀ ਜਿਹੜੀ ਹੈ ਉਹ ਲਾਭਦਾਈ ਹੋਏਗੀ। ਨਹੀਂ ਤਾਂ ਉਹ ਫਿਰ ਬਾਣੀ ਵਾਲੀ ਗੱਲ ਆ ਨਾ। ਉਹ ਸੰਤਾਂ ਦੀ ਕਥਾ ਸੁਣ ਰੋਜ਼ ਜਾਂਦਾ ਸੀ। ਇੱਕ ਦਿਨ ਬਿਮਾਰ ਹੋ ਗਿਆ, ਮੁੰਡੇ ਨੂੰ ਕਹਿੰਦਾ ਵੀ ਨਾਗਾ ਨਾ ਪਵੇ, ਅੱਜ ਤੂੰ ਜਾਏ। ਉਹ ਸੰਤ ਕਥਾ ਕਰਦੇ ਸੀ ਵੀ ਜਿਹੜੀ ਗਊ ਆ ਇਹਨੂੰ ਮਾਤਾ ਦਾ ਦਰਜਾ ਆ,
क्योंकि 84 ਲੱਖ ਜੂਨਾਂ ਵਿੱਚ ਜਿਹੜਾ 83ਵਾਂ ਉਹ ਗਾਂ ਦਾ ਨੰਬਰ ਮੰਨਿਆ, ਉਹ ਤੋਂ ਬਾਅਦ ਮਨੁੱਖ ਜੂਨ ਮਿਲਦੀ ਹੈ। ਇਸ ਕਰਕੇ ਇਹਨੂੰ ਮਾਤਾ ਦਾ, ਇਹਦਾ ਦੁੱਧ ਵੀ ਮਾਤਾ ਦੇ ਦੁੱਧ ਦੇ ਸਮਾਨ ਮੰਨਿਆ ਗਿਆ ਗਊ ਦਾ। ਇੱਧਰ ਤਾਂ ਮੱਝਾਂ ਹੁੰਦੀਆਂ ਨਹੀਂ, ਗਾਈਆਂ ਹੀ ਹਨ। ਸੋ ਇਸ ਵਾਸਤੇ ਇਹ ਨਹੀਂ ਕਿ ਮੱਝ ਦਾ ਮਾੜਾ, ਪਰ ਕੁਝ ਹਰ ਚੀਜ਼ ਦੀ ਆਪੋ ਆਪਣੀ ਵੈਰਾਈਟੀ, ਉਹਦੀ ਵਿਸ਼ੇਸ਼ਤਾ ਹੁੰਦੀ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਭਈ ਗਊ ਮਾਤਾ ਹੁੰਦੀ ਹੈ। ਉਹ ਬਾਣੀਆਂ ਦੀ ਦੁਕਾਨ ਸੀ ਖਲ ਵੜੇਵਿਆਂ ਦੀ, ਤੇ ਉੱਥੇ ਉਹ ਸੈਂਪਲ ਰੱਖੇ ਹੁੰਦੇ ਹਨ ਬੋਰਿਆਂ ਦੇ ਮੂੰਹ ਜਾਂ ਖੋਲ ਕੇ, ਤੇ ਆਪਣੇ ਉੱਥੇ ਗਾਈਆਂ ਦੁੱਧ ਪੀ ਲੈਂਦੇ ਆ, ਤੇ ਜਦੋਂ ਦੁੱਧ ਨਾ ਦੇਣ ਡੰਡੇ ਮਾਰ ਕੇ ਕੱਢ ਦਿੰਦੇ ਆ। ਸੜਕਾਂ 'ਤੇ ਵੀ ਤੁਰੀਆਂ ਫਿਰਦੀਆਂ, ਫਸਲਾਂ ਦਾ ਵੀ ਉਜਾੜਾ ਬਹੁਤ ਹੋ ਰਿਹਾ, ਤੇ ਟੋਕਰਾ ਤੂੜੀ ਨਹੀਂ ਪਾਉਣੀ, ਉਜਾੜਾ ਕਰਾ ਲੈਣਾ। ਉਵੇਂ ਗਊ ਨੂੰ ਪੇੜਾ ਵੀ ਦੇਈ ਜਾਂਦੇ ਆ, ਇਸ ਤਰ੍ਹਾਂ ਦਾ ਵੀ ਕਰਾਈ ਜਾਂਦੇ ਆ। ਉਹ ਹੁਣ ਵਡੇਵਿਆਂ ਨੂੰ ਮੂੰਹ ਪਾ ਲਿਆ ਉਹਨੂੰ, ਤੇ ਜਦ ਨੂੰ ਲਾਲਾ ਜੀ ਦਾ ਮਨ ਨਾ ਟਿਕਿਆ ਵੀ ਮੁੰਡਾ ਪਤਾ ਨਹੀਂ ਦੁਕਾਨ ਹੀ ਨਾ ਉਜਾੜ ਦੇਵੇ। ਕਿ ਸਾਡੇ ਬੁੱਢੇ ਜਿਹੜੇ ਨਾ ਪੁੱਤ ਪੋਤਿਆਂ ਵਾਲਾ ਹੋਇਆ, ਫੇਰ ਵੀ ਕਹਿਣਾ ਇਹਨੂੰ ਸਮਝ ਨਹੀਂ। ਤੇ ਗੋਰੇ 18 ਸਾਲ ਤੋਂ ਬਾਅਦ ਕਹਿੰਦੇ ਹੁਣ ਤੂੰ ਆਪਣੇ ਪੈਰਾਂ 'ਤੇ ਖਲੋ, ਅਸੀਂ ਇਹਨਾਂ ਨੂੰ ਸੁਤੰਤਰ ਹੋਣ ਹੀ ਨਹੀਂ ਦੇਣਾ। ਇਹ ਸਟੈਂਡ ਹੀ ਨਹੀਂ ਕਰਦੇ। ਇਹਦਾ ਹਲੇ ਕਾਕਾ ਹੀ ਹੈ, ਇਹ ਹੁਣ ਪੋਤਿਆਂ ਵਾਲਾ ਹੋ ਗਿਆ, ਹਲੇ ਕਾਕਾ ਹੀ ਹੈ। ਤੇ ਇਸ ਤਰ੍ਹਾਂ ਕਈ ਆ ਬੁੱਢੇ ਬੁੱਢੀਆਂ ਨੇ ਡਿਵੋਰਸ ਬੜੇ ਕਰਾਤੇ ਆ। ਉਹ ਪੁਰਾਣੀਆਂ ਆਦਤਾਂ ਛੱਡਦੇ ਨਹੀਂ, ਤੋਖਣਾ ਦੇ ਜਾਣੇ ਮੁੰਡਿਆਂ ਨੂੰ, ਉੱਥੇ ਲੜਾਈ ਪੜ੍ਹਾਈ ਕਰਾਈ ਜਾਣੀ। ਇਹੋ ਜਿਹਾ ਵੀ ਵਾਤਾਵਰਨ ਬਹੁਤ ਚੱਲਦਾ, ਪਰ ਬਦਲ ਜਾਣਾ ਚਾਹੀਦਾ। ਜ਼ਮਾਨਾ ਬਾਤੋ ਨਸ਼ਾਜ਼ਤ ਤੋਬਾ ਜ਼ਮਾਨਾ ਵਸਾਦ। ਸਮਾਂ ਤੇਰਾ ਸਾਥ ਨਹੀਂ ਦਾ, ਸਮੇਂ ਅਨੁਕੂਲ ਤੂੰ ਹੀ ਬਦਲ ਜਾ। ਹੁਣ ਠੰਡ ਆ ਗਈ ਹੈ, ਕਹੇ ਵੀ ਮੈਂ ਤਾਂ ਮਲਮਲ ਦਾ ਪਾਉਣਾ, ਫਿਰ ਨਮੂਨੀਆ ਨਾ ਆਕੜ ਕੇ ਮਰ ਜਾ। ਹੁਣ ਠੰਡ ਆ ਗਈ ਹੈ ਤਾਂ ਕੱਪੜੇ ਗਰਮ ਪਾਉਣੇ ਹੀ ਪੈਣਗੇ ਨਾ। ਸਮੇਂ ਨਾਲ ਬਦਲਣਾ ਪੈਂਦਾ ਹੈ, ਪਰ ਆਪਾਂ ਨਹੀਂ। ਤਾਤਸਿਆ ਕੂਪੰ ਮਿਤੀ ਬਣਵਾਣਾ ਕਿਸ਼ਾਰੰਗ ਪੁਰਸ਼। ਕਹਿੰਦੇ ਜਿਹੜੇ ਸਿਆਣੇ ਪੁਰਸ਼ ਆ, ਉਹ ਪੇ ਦਾਦੇ ਦੀ ਲਾਈ ਹੋਈ ਬੌਲੀ ਦਾ ਖਾਰਾ ਪਾਣੀ ਨਹੀਂ ਪੀਂਦੇ, ਉਹ ਆਪ ਉਦਮ ਕੱਢ ਕੇ ਪਾਣੀ ਪੀਂਦੇ ਆ। ਤੇ ਬੁੱਢਿਆਂ ਦੀ ਬੌਲੀ ਖਾਰੀ ਹੈ ਤਾਂ ਉਹ ਪੀ ਕੇ ਜ਼ਰੂਰੀ ਮਰੋੜ ਦਸਤ ਲਵਾਉਣੇ ਆ। ਤੂੰ ਆਪ ਉਦਮ ਕਰ ਲਾ। ਕਿਸ਼ਾਰੰਗ ਜਲੰਕਾ ਪੁਰਸ਼ਾ ਭਵੰਤੀ। ਇਸ ਕਰਕੇ ਸਿਆਣੇ ਪੁਰਸ਼ਾਂ ਦਾ ਤੇ ਐਸਾ ਹੀ ਹੁੰਦਾ। ਹੁਣ ਪੁਰਾਣਾ ਹੁੰਦਾ ਸੀ, ਇਹ ਜੀ ਸਾਤੋਂ ਬਿਨਾਂ ਕੀ ਕਰਨਗੇ। ਪਹਿਲਾਂ ਡੱਲਾਂ ਨਾਲ ਢਾਡੀ ਸੰਗੋਂ ਪਾਣੀ ਹੁੰਦਾ ਸੀ, ਫਿਰ 400 ਬੋਕੇ ਆ ਗਏ, ਫਿਰ ਹਲ ਟੁਲਟ ਜਾਏ, ਮਿੱਟੀ ਦੀਆਂ ਟਿੰਡਾਂ ਲੋਹੇ ਦੀਆਂ ਆ ਗਈਆਂ, ਢਿੰਗਲੀਆਂ ਚੱਲਦੀਆਂ ਸੀ, ਫਿਰ ਆ ਨਲਕੇ ਛਲਕੇ ਆ ਗਏ, ਬੋਰ ਆ ਗਏ। ਹੁਣ ਸਮਰਸੀਬਲ ਬਸ ਇਉਂ ਬਟਨ ਨੱਪਦੇ ਪਾਣੀ ਆ ਜਾਂਦਾ। ਹੁਣ ਬੁੱਢੇ ਤਾਂ ਹੈ ਨਹੀਂ, ਹੁਣ ਇਹ ਪਾਣੀ ਨਹੀਂ ਪੀਂਦੇ, ਪਰ ਅਸੀਂ ਵਿਕਸਿਤ ਨਹੀਂ ਹੋਣ ਦਿੰਦੇ ਆਪਣੀ ਔਲਾਦ ਨੂੰ। ਉਹਨਾਂ ਨੂੰ ਇਸ ਚੁੰਗਲ ਵਿੱਚ ਰੱਖਿਆ ਹੋਇਆ, ਕੋਈ ਵੱਧ ਫੁੱਲ ਫੈਲ ਨਾ ਸਕਣ। ਇਸੇ ਕਰਕੇ ਸਾਡਾ ਜਿਹੜਾ ਸਮਾਜ ਪੁਰਾਣਾ ਹਿੰਦੂ ਧਰਮ ਜੇ ਸਮੁੰਦਰੋਂ ਪਾਰ ਚਲੇਗਾ, ਆਪਣਾ ਧਰਮ ਨਹੀਂ ਰਹਿਣਾ। ਇਹ ਤਾਂ ਇਹੀ ਕੁਛ ਕਰਦੇ ਰਹੇ। ਤੇ ਜਿਹੜੇ ਇੱਧਰਲੇ ਲੋਕ ਸੀ, ਇਹ ਜਾ ਕੇ ਉੱਥੇ ਕਾਬਜ ਹੋ ਕੇ ਆਪਣੀ ਸੱਤਾ ਜਮਾ ਲਈ। 1250 ਸਾਲ ਗੁਲਾਮੀ ਦਾ ਜੂਲਾ ਇਹਨਾਂ ਦੇ ਗਲ ਰਿਹਾ, ਤੇ ਹੁਣ ਆਪਾਂ ਸਮੁੰਦਰੋਂ ਪਾਰ ਦੌੜੇ ਆ ਰਹੇ ਹਾਂ। ਇੱਥੇ ਵੀ ਤੁਹਾਡੇ MP ਆ, ਹੁਣੇ ਇੱਕ MP ਮਿਲਣ ਆਏ ਸੀ। ਇਸ ਕਰਕੇ ਗੁਰਮੁਖ ਪਿਆਰਿਓ, ਅੱਜ ਲੋੜ ਹੈ ਜਿਵੇਂ ਸੰਸਾਰ ਵਿਕਸਿਤ ਹੋ ਰਿਹਾ, ਅਸੀਂ ਵਿਕਸਿਤ ਹੋਈਏ, ਅਸੀਂ ਤਰੱਕੀ ਕਰੀਏ। ਜੇ ਆਪਾਂ ਵਿਦਿਆ ਵੀ ਹਰ ਕੰਮ ਹਰ ਖੇਤਰ 'ਚ ਉਹਨਾਂ ਦੇ ਬਰਾਬਰ ਨਹੀਂ ਬੈਠਾਂਗੇ, ਆਪਾਂ ਬਹੁਤ ਪਿੱਛੇ ਰਹਿ ਜਾਵਾਂਗੇ। ਅੱਗੇ ਬਹੁਤ ਪਿਛੜੇ ਪਏ ਹਾਂ। ਸੋ ਆਓ, ਸਤਿਗੁਰ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ। ਇਹਦਾ ਭਾਵ ਕੀ ਹੈ? ਇਹ ਬ੍ਰਹਮ ਵਿਦਿਆ। ਜੇ ਤੁਹਾਡੇ ਕੋਲ ਗਿਆਨ ਹੋਊਗਾ ਨਾ, ਤੁਸੀਂ ਕਾਮਯਾਬ ਹੋਵੋਗੇ। ਗਿਆਨ ਗੁਰੂ ਆਤਮ ਉਪਦੇਸ਼ੋ।
ਧਿਆਨ ਬਭੂਤ ਲਗਾਓ। ਇਹ ਗਿਆਨ ਗੁਰੂ ਹੈ। ਇਹਦਾ ਗਿਆਨ ਸੁਣਦੇ ਤਾਂ ਅਸੀਂ ਬਹੁਤ ਹਾਂ, ਪ੍ਰਚਾਰ ਵੀ ਬਹੁਤ ਹੋ ਰਿਹਾ, ਟੇਪਾਂ, ਸੀੜੀਆਂ, ਵਟਸਐਪਾਂ 'ਤੇ, ਚੈਨਲਾਂ 'ਤੇ, ਆਪਾਂ ਖੜ੍ਹੇ ਉੱਥੇ ਹੀ। ਉਹ ਬਾਣੀਆਂ ਕਹਿਣ ਲੱਗਾ ਤੇਰੀ ਮਾਂ ਬੜੇਵੇਂ ਖਾਈ ਜਾਂਦੀ, ਰੋਕਦਾ ਨਹੀਂ। ਕਹਿੰਦੇ ਬਾਪੂ ਜੀ ਪੰਡਿਤ ਜੀ ਨੇ ਵੀ ਇਹ ਕਿਹਾ ਸੀ ਵੀ ਗਊ ਮਾਤਾ ਤੁਸੀਂ ਵੀ ਤੇ ਮਾਂ ਆ, ਅਤੇ ਮੈਂ ਕਿਵੇਂ ਰੋਕਾਂ। ਕਹਿੰਦੇ ਜੇ ਪੰਡਿਤ ਦੀ ਕਥਾ ਸੁਣੀ ਆਪਾਂ ਤਾਂ ਦੂਏ ਦਿਨ ਦੁਕਾਨ ਲਟਾ ਦਿਆਂਗੇ। ਕਹਿੰਦੇ ਵੀ ਤੂੰ ਰੋਜ਼ ਸੁਣ ਜਾਣਾ। ਕਹਿੰਦਾ ਮੈਂ ਤਾਂ ਕਾਂਦੀ ਮੋਰ ਸੁਣਦਾ ਸੀ, ਇਹਨਾਂ ਕੱਢ ਕੇ ਉੱਥੇ ਹੀ ਰੱਖਿਆ ਹੁੰਦਾ ਸੀ। ਅੱਜ ਸਾਡਾ ਵੀ ਇਹੀ ਹੈ। ਆ ਕਿੰਨੇ ਦ੍ਰਿਸ਼ਟਾਂਤ ਪ੍ਰਮਾਣ ਸਾਖੀਆਂ ਸੁਣਾਈਏ, ਜਿਹੜੇ ਪੁੱਛੀਏ ਕਹਿੰਦੇ ਬਾਬਾ ਜੀ ਚੇਤੇ ਨਹੀਂ। ਫਿਰ ਘਰ ਨੂੰ ਲੈ ਕੇ ਕੀ ਗਏ? ਕਾਰਾਂ ਦਾ ਤੇਲ ਫੂਕਿਆ, ਟਾਈਮ ਵੀ ਕੱਢਿਆ, ਵੱਜ ਕੇ ਵੀ ਚੌਂਕੜਾ ਮਾਰ ਕੇ ਬੈਠੇ ਉੱਥੇ ਆਨੰਦ ਨਾਲ ਸੋਫਿਆਂ ਸਾਫਿਆਂ 'ਤੇ ਬਹਿੰਦੇ ਸੀ। ਇਹ ਬਚਨ ਚੇਤੇ ਵੀ ਰੱਖਣੇ ਆ, ਉਹਨਾਂ ਦੇ ਅਨੁਕੂਲ ਜੀਵਨ ਵੀ ਬਣਾਉਣਾ ਹੈ। ਆਓ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਪਵਿੱਤਰ ਸ਼੍ਰੀ ਮੁਖ ਵਾਕ ਬਖਸ਼ਿਆ, ਅਤੇ ਨਿਹੰਗ ਸਿੰਘ ਬੈਠੇ ਅੱਜ ਪਾਠੀ, ਖੁਸ਼ੀ ਹੈ ਮੈਨੂੰ ਬੜੀ। ਪੜ੍ਹੋ ਭਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੀ ਬਾਣੀ। ਪੰਜਵੇਂ ਸਤਿਗੁਰ ਜਿਨ੍ਹਾਂ ਦੀ ਕਿਰਪਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ। ਅੱਧ ਤੋਂ ਵੱਧ ਸ਼ਬਦ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕਿੱਡੀ ਵੱਡੀ ਕਿਰਪਾ ਮਹਾਰਾਜ ਕਰ ਗਏ। ਉਹਨਾਂ ਦੀ ਬਖਸ਼ਿਸ਼ ਵਿੱਚੋਂ ਇੱਕ ਸ਼ਬਦ ਦੀ ਵਿਚਾਰ ਕਰ ਰਹੇ ਹਾਂ। ਦੀਨ ਦਰਦ ਨਿਵਾਰ ਠਾਕੁਰ। ਦੀਨ ਗਰੀਬਾਂ ਦੀਆਂ ਦਰਦ ਜਿਹੜੀਆਂ ਪੀੜਾ, ਕਿਉਂਕਿ ਹੁਣ ਢਾਡੀ ਸਿੰਘਾਂ ਦਾ ਸਮਾਂ ਤਾਂ ਹੋਏ ਗਿਆ। 84 ਪ੍ਰਕਾਰ ਦੀ ਪੀੜ ਹੁੰਦੀ ਹੈ। ਉਹ ਦਰਦ ਦੀਨ ਦਰਦ ਨਿਵਾਰ ਠਾਕੁਰ। ਹੇ ਠਾਕੁਰ ਉਤਪਤੀ ਪਾਲਣਾ ਸੰਘਾਰ ਕਰਨ ਵਾਲੇ, ਸਾਡੀਆਂ ਦਰਦ ਪੀੜਾਂ ਦੂਰ ਕਰ ਦਿਓ। ਰੱਖੈ ਜਨ ਕੀ ਆਪ। ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਉਹਨਾਂ ਜਨਾਂ ਦੀ ਲਾਜ ਰੱਖ ਲੈਂਦੇ। ਮਾਲੜੀ ਸਾਹਿਬ ਪ੍ਰਤੱਖਿਆ ਢਾਡੀ ਸਿੰਘੋ ਆਪਣੇ ਇਲਾਕੇ 'ਚ ਨਾ ਦਰਦਾਂ ਹਟਦੀਆਂ ਕਿ ਨਹੀਂ? ਹਟਦੀਆਂ, ਅੱਜ ਵੀ ਹਟਦੀਆਂ। ਉਹ ਗੋਬਿੰਦਪੁਰ ਆ ਬੰਗੀ, ਉੱਥੇ ਵੀ ਹੈਗਾ, ਦਕੋਹੇ ਵੀ ਹੈ। ਕਿਤੇ ਮਹਾਰਾਜ ਨੂੰ ਕੋਈ ਕੌਤਕ ਰੱਖਿਆ, ਕਿਤੇ ਕੋਈ। ਉਹ ਮਹਾਰਾਜ ਦੀ ਪਾਰਸ ਕਲਾ ਅੱਜ ਵੀ ਉਵੇਂ ਕਿਵੇਂ ਜਿਹੜੇ ਸ਼ਰਧਾ ਨਾਲ ਜਾਂਦੇ ਆ ਵਰਤਦੀ ਹੈ। ਰਾਖਿਆ ਜਨ ਕੀ ਆਪ, ਜਿਹੜਾ ਜਨ ਬਣ ਕੇ ਜਾਂਦਾ ਉਹਦੀ ਲਾਜ ਰੱਖਦੇ ਹਨ। ਤਰਨ ਤਾਰਨ ਹਰ ਨਿਧ। ਹਰੀ ਜਿਹੜਾ ਨਿਧੀ ਖਜ਼ਾਨਾ ਰੂਪਿਆ, ਪਾਪੀਆਂ ਨੂੰ ਤਾਰਨ ਵਾਸਤੇ ਉਹਦਾ ਨਾਮ ਤਾਰਨ ਬੇੜਾ ਰੂਪ ਹੈ। ਦੁਖ ਨਾ ਸਕੈ ਵਿਆਪ। ਜਿਵੇਂ ਬੇੜੇ ਜਾਂਦੇ ਆਪਾਂ ਮਗਰ ਮੱਛਾਂ ਦਾ, ਜਲ ਜੰਤੂਆਂ, ਤੰਦੂਆਂ ਤੁੰਦੂਆਂ ਦਾ ਕੋਈ ਡਰ ਨਹੀਂ ਨਾ ਹੁੰਦਾ। ਸਮੁੰਦਰ ਸੌਖੇ ਲੰਘ ਜਾਈਦਾ ਨਾ। ਤੇ ਇਸੇ ਤਰ੍ਹਾਂ ਜਿਹੜਾ ਨਾਮ ਰੂਪੀ ਬੇੜੇ ਦਾ ਸਹਾਰਾ ਲੈਂਦਾ, ਉਹਨੂੰ ਕਿਸ ਤਰ੍ਹਾਂ ਦਾ ਕਾਮ ਕ੍ਰੋਧ ਰੂਪੀ ਮਗਰ ਮੱਛਾਂ ਦਾ, ਤੰਦੂਆਂ ਦਾ ਡਰ ਨਹੀਂ ਹੁੰਦਾ ਹੈ। ਇਹ ਦੁੱਖ ਨਹੀਂ ਵਿਆਪਦੇ ਹਨ। ਸਾਧੂ ਸੰਗ ਭਜੋ ਗੋਪਾਲ। ਸਾਧੂਆਂ ਦੀ ਸੰਗਤ ਕਰਕੇ ਗੋ ਪਿਰਥਵੀ ਦਾ ਪਾਲ ਪਾਲਕ ਜਿਹੜਾ, ਉਹਦੇ ਨਾਂ ਦਾ ਭਜਨ ਕਰੋ। ਹੁਣ ਡਾਕਟਰ ਕੋਲ ਜਾਵਾਂਗੇ, ਉਹ ਡਾਕਟਰੀ ਗੱਲ, ਇੰਜੀਨੀਅਰ ਇੰਜੀਨੀਅਰੀ ਦੀ, ਸਾਇੰਸਿਸਟ ਸਾਇੰਸ ਦੀ ਕਰੇਗਾ, ਲੀਡਰ ਲੀਡੇ ਦੀ, ਵਪਾਰੀ ਵਪਾਰੀ ਦੀ। ਤੇ ਨਾਮ ਦੀ ਗੱਲ ਕਿੱਥੋਂ? ਸੰਤਨ ਤੈ ਸੁਨੀਅਤ ਪ੍ਰਭ ਕੀ ਬਾਤ। ਇਹ ਪ੍ਰਭੂ ਦੇ ਸੰਬੰਧੀ ਗੱਲ ਤਾਂ ਸੰਤਾਂ ਤੋਂ ਹੀ ਸੁਣੀ ਜਾਏਗੀ ਨਾ, ਜਿਹੜੇ ਵਿਦਵਾਨ ਮਹਾਂਪੁਰਖ ਕਮਾਈ ਵਾਲੇ। ਇਸ ਵਾਸਤੇ ਸਾਧੂ ਸੰਗ, ਉਹਨਾਂ ਦੀ ਸੰਗਤ ਕਰਕੇ ਗੋਪਾਲ ਦੇ ਨਾਮ ਦਾ ਭਜਨ ਕਰੋ। ਆਨ ਸੰਜਮ ਕਿਛ ਨਾ ਸੁਝੈ। ਹੋਰ ਜਿਹੜੇ ਸੰਜਮ ਉਹ ਸਾਨੂੰ ਨਜ਼ਰ ਨਹੀਂ ਆਉਂਦੇ ਹਨ। ਇਹ ਜਤਨ ਕਾਟ ਕਲ ਕਾਲ। ਇਹ ਨਾਮ ਜਪਣ ਰੂਪੀ ਜਿਹੜਾ ਯਤਨ ਕਲਯੁਗ ਦੀ ਕਾਲਖ ਪਾਪਾਂ ਦੀ ਮੈਲ ਨੂੰ ਕੱਟਣ ਵਾਸਤੇ ਸਮਰੱਥ ਹੈ। ਰਹਾਉ। ਵਿਸਰਾਮ ਦੇ ਕੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਆਦ ਅੰਤ ਦਇਆਲ ਪੂਰਨ। ਉਹ ਨਿਰੰਕਾਰ ਆਦ ਮਦ ਅੰਤ, ਪੂਰਨ ਵੀ ਹੈ ਤੇ ਦਿਆਲੂ ਵੀ ਹੈ। ਤਿਸ ਬਿਨਾ ਨਹੀਂ ਕੋਇ। ਉਸ ਤੋਂ ਬਿਨਾ ਜੀਵ ਦੀ ਰੱਖਿਆ ਕਰਨ ਵਾਲਾ ਹੋਰ ਕੋਈ ਵੀ ਸਮਰੱਥ ਨਹੀਂ। ਲਾਰੇ ਲੱਪੇ ਭਾਵੇਂ ਕੋਈ ਕਿੰਨੇ ਲਾਏ, ਸਮਰੱਥ ਉਹ ਹੀ ਹੈ। ਜਨਮ ਮਰਨ ਨਿਵਾਰ ਹਰ ਜਪ। ਹਰੀ ਦਾ ਜਪ ਕਰਕੇ ਉਹਦੀ ਅਸ਼ੀਰਵਾਦ ਲੈ ਕੇ
ਜੰਮਣ ਮਰਨ ਦਾ ਜਿਹੜਾ ਦੁੱਖ ਉਹਨੂੰ ਨਿਵਾਰ ਨਿਵਰਤ ਕਰ ਲੈਣਾ ਕਰ। ਸਿਮਰ ਸੁਆਮੀ ਸੋਏ। ਸੁਆਮੀ ਜਿਹੜਾ ਸਾਰਿਆਂ ਦਾ ਨਾਥ ਮਾਲਕ ਆ, ਉਹਦੇ ਨਾਂ ਦਾ ਸਿਮਰਨ ਕਰ। ਸੁਆਮੀ ਅੱਜ ਵੀ ਬਹੁਤ, ਪਰ ਇਹਨਾਂ ਸੁਆਮੀਆਂ ਨੂੰ ਪੁੱਛ ਲਿਓ, ਤੁਹਾਨੂੰ ਬਲੱਡ ਪ੍ਰੈਸ਼ਰ ਹੈਗਾ, ਬਵਾਸੀਰ, ਸ਼ੂਗਰ ਹੈ, ਆਮ ਨਾਮ ਸੰਸਕ੍ਰਿਤ ਹੁੰਦਾ ਰੋਗ ਦਾ, ਸੋ ਵਿਸ਼ੇਸ਼ ਕਰਕੇ ਜਿਹਨੂੰ ਕੋਈ ਮਨ ਬਣੇ ਸਰੀਰ ਕਰਕੇ ਬਿਮਾਰੀ ਨਾ ਹੋਵੇ, ਉਹਦਾ ਨਾਮ ਸੁਆਮੀ ਹੈ। ਤੇ ਜੇ ਉਹਨੂੰ ਬਵਾਸੀਰ ਹੈ, ਹਾਰਟ ਦੀ ਬਿਮਾਰੀ ਹੈ, ਕੋਈ ਹੋਰ ਰੋਗ ਹੈ, ਕੈਂਸਰ ਹੈ, ਫਿਰ ਉਹ ਸੁਆਮੀ ਕਹਾਉਣ ਦਾ ਹੱਕਦਾਰ ਆ। ਸੁਆਮੀ ਕੌਣ? ਧੰਨ ਗੁਰੂ ਨਾਨਕ 10ਵੇਂ ਪਾਤਸ਼ਾਹ। ਹਉਮੈ ਰੋਗ ਮਨ ਔਖਾ ਦੀਨਾ, ਕਾਮ ਰੋਗ ਮੈਗਲ ਵਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖਪ ਗਏ ਕਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਦੀ ਸੁਣਿਆ ਵੀ ਬਾਬੇ ਨਾਨਕ ਨੂੰ ਬਲੱਡ ਪ੍ਰੈਸ਼ਰ ਹੋਇਆ ਸੀ ਜਾਂ ਸ਼ੂਗਰ ਸੀ? ਉਹਨਾਂ ਦੇ ਦਰਸ਼ਨ ਕਰਨਾ ਬਿਮਾਰੀਆਂ ਹਟ ਜਾਂਦੀਆਂ, ਕੋੜੀਆਂ ਦੇ ਕੋੜ ਹਟ ਜਾਂਦੇ ਸੀ। ਉਹ ਤਾਂ ਹੋਏ ਸੁਆਮੀ। ਤੇ ਸੁਆਮੀ ਕਹਾ ਲੈਣਾ ਬੜਾ ਸੌਖਾ, ਪਰ ਸੁਆਮੀ ਬਣਨਾ ਬਹੁਤ ਔਖਾ ਹੈ। ਵੇਦ ਸਿਮਰਤ ਕਥਾ ਸਾਸਤ। ਚਾਰੇ ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਬਹੁਤ ਕੁਝ ਕਹਿੰਦੀਆਂ ਹਨ। ਭਗਤ ਕਰਹਿ ਵਿਚਾਰ। ਭਗਤ ਵੀ ਇਸ ਗੱਲ ਦੀ ਵਿਚਾਰ ਕਰਦੇ ਹਨ। ਮੁਕਤ ਪਾਈਐ ਸਾਧ ਸੰਗਤ। ਸਾਰਿਆਂ ਨੇ ਇਹ ਗੱਲ ਸਹਿਮਤ ਹੋ ਕੇ ਕਹੀ ਹੈ, ਮਹਾਂਪੁਰਖਾਂ ਦੀ ਸੰਗਤ ਕਰਕੇ, ਬਚਨਾਂ ਦੇ ਉੱਤੇ ਅਮਲ ਕਰਕੇ ਮੁਕਤੀ ਪ੍ਰਾਪਤ ਹੁੰਦੀ ਹੈ। ਬਿਨਸ ਜਾਏ ਅੰਧਾਰ। ਕਦੋਂ ਜਦੋਂ ਗਿਆਨ ਦਾ ਪ੍ਰਕਾਸ਼ ਹੋ ਕੇ ਹਿਰਦੇ 'ਚੋਂ ਅਗਿਆਨਤਾ ਦਾ ਹਨੇਰਾ ਦੂਰ ਹੋਵੇ, ਫਿਰ ਮੁਕਤੀ ਪ੍ਰਾਪਤ ਹੁੰਦੀ ਹੈ। ਚਰਨ ਕਮਲ ਆਧਾਰ ਜਨ ਕਾ। ਜਿਹੜੇ ਜਾਣਿਆ ਉਹਨਾਂ ਨੂੰ ਆਪਣੇ ਗੁਰੂ ਮਹਾਰਾਜ ਦੇ ਚਰਨ ਕਮਲਾਂ ਦਾ ਆਧਾਰ ਆਸਰਾ ਹੁੰਦਾ ਹੈ। ਰਾਸ ਪੂੰਜੀ ਏਕ। ਉਹਨਾਂ ਦੀ ਰਾਸ ਪੂੰਜੀ ਮੂੜੀ ਸਾਰਾ ਕੁਝ ਪਰਮੇਸ਼ਰ ਦਾ ਨਾਮ, ਗੁਰੂ ਦੀ ਭਗਤੀ ਹੀ ਹੈ। ਤਾਣ ਮਾਣ ਦੀ ਬਾਣ ਸੱਚ। ਸਰੀਰ ਕਰਕੇ ਬਲ, ਜਿਹੜਾ ਮਨ ਕਰਕੇ, ਬੁੱਧੀ ਕਰਕੇ, ਉਹ ਸੱਚੇ ਦੇ ਨਾਮ ਭਰੋਸੇ ਦਾ ਹੀ ਉਹਨਾਂ 'ਚ ਬਲ ਹੈ। ਨਾਨਕ ਕੀ ਪ੍ਰਭ ਟੇਕ। ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸਿਧਾਂਤ ਦੱਸਦੇ ਹੋਏ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਸਾਨੂੰ ਤਾਂ ਉਹਨਾਂ ਦਾ ਟੇਕ ਭਰੋਸਾ ਹੈ। ਤੇ ਜਿਲੇ ਪਿਰਥੀ ਚੰਦ ਚੰਦੂ ਨੇ ਕੀਤਾ ਤੇ ਸੰਗਤ ਨੇ ਮਾਰਾ, ਆਪਾਂ ਵੀ ਕੋਈ ਨਾ ਕੋਈ ਸਾਧਨ ਕਰੀਏ। ਪ੍ਰਾਥਮੀ ਮਤਾ ਜੇ ਪ੍ਰਤੀ ਚਲਾਓ, ਦੂਤੀਆ ਮਤਾ ਦੁਇ ਮਨੁੱਖ ਪਹਿਚਾਵੋ, ਤ੍ਰੀਤੀਆ ਮਤਾ ਕਿਛ ਕਰੋ ਅਪਾਇਆ। ਤੇ ਮਹਾਰਾਜ ਨੇ ਕੀ ਕਿਹਾ ਸੀ? ਮੈਂ ਸਭ ਕਿਛ ਛਾੜ ਪ੍ਰਭ ਤੁਮਹਿ ਧਿਆਇਆ। ਇਸ ਕਰਕੇ ਕਹਿੰਦੇ ਸਾਨੂੰ ਤਾਂ ਉਹਦੇ ਟੇਕ। ਔਰੰਗਜ਼ੇਬ ਨੂੰ ਜ਼ਫਰਨਾਮੇ ਕਹਿ, ਤੈਨੂੰ ਫੌਜਾਂ ਦਾ, ਕਿਲਿਆਂ ਦਾ, ਕੋਛਾਂ ਦਾ, ਹਥਿਆਰਾਂ ਦਾ ਮਾਣਿਆ, ਜੱਜ ਦਾ ਅਕਾਲ, ਕਹਿੰਦੇ ਮੈਨੂੰ ਆਪਣੇ ਅਕਾਲ ਦਾ। ਸ੍ਰੀ ਅਸਤੋਜਾ ਭੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਹੁਣ ਸਤਸੰਗੀਓ, ਢਾਡੀ ਸਿੰਘਾਂ ਦਾ ਸਮਾਂ ਆ। ਗੁਰੂ ਮਹਾਰਾਜ ਕਿਰਪਾ ਕਰਨ। ਆਈ ਸੰਗਤ ਨੂੰ ਜੀ ਆਇਆਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਗ੍ਰੰਥੀ ਸਿੰਘ, ਢਾਡੀ ਸਿੰਘ, ਰਾਗੀ ਸਿੰਘ, ਲੰਗਰ ਦੇ ਸੇਵਾਦਾਰ ਔਰ ਪ੍ਰਬੰਧਕ, ਸਾਰਿਆਂ ਦਾ ਧੰਨਵਾਦ। ਮਹਾਰਾਜ ਕਿਰਪਾ ਕਰਨ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਪੰਗਤੀਆਂ ਪੜ੍ਹ ਦਿਓ ਫਿਰ। ਚਰਨ ਕਮਲ ਆਧਾਰ ਜਨ ਕਾ। ਰਾਸ ਪੂੰਜੀ ਏਕ। ਤਾਣ ਮਾਣ ਦੀ ਬਾਣ ਸੱਚ। ਨਾਨਕ ਕੀ ਪ੍ਰਭ ਟੇਕ। ਆਓ ਹੁਣ ਪਿਆਰ ਨਾਲ ਢਾਡੀ ਸਿੰਘਾਂ ਤੋਂ ਬਚਨ ਵਿਲਾਸ ਢਾਡੀ 12 ਸਰਵਣ ਕਰੀਏ। ਇਹ ਵੀਰ ਰਸੀ ਹੈ ਜਿਹਦੇ ਨਾਲ ਸੂਤੀ ਆਤਮਾ ਜਾਗਦੀ ਹੈ, ਸ਼ਸਤਰ ਅਸਤਰ ਦਾ ਪਿਆਰ ਪੈਦਾ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।